KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:12 ਹੋਏ ਨੇ। ਬੁੱਧਵਾਰ ਦਾ ਦਿਨ ਹੈ, 14 ਅਕਤੂਬਰ ਹੈ, ਬਰਾ 2020 ਦਾ। 29 ਅਸੂਲ ਨਾਨਕ ਸਿਸਟਮ 552 ਨਿੱਘਾ ਹਾਰਦਿਕ ਸਵਾਗਤ ਹੈ ਜੀ ਤੁਹਾਡਾ ਲੋਕ ਸੱਥ ਦੇ ਵਿੱਚ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰ ਦੇ ਮਸਲਿਆਂ ਤੇ ਗੱਲਬਾਤ, ਖਬਰਾਂ ਕੁਛ ਦੁਨੀਆ ਦੀਆਂ ਤੁਹਾਨੂੰ ਸੁਣਾਉਣਾ। ਅੱਜ ਪੱਤਰਕਾਰੀ ਜਦ ਕਰਨੀ ਹੈ ਤਾਂ ਪੱਤਰਕਾਰੀ ਸੱਚ ਦੀ ਜਦ ਕਰਨੀ ਹੈ, ਉਹਦੀ ਕੀਮਤ ਕੀ ਹੈ। ਤੁਹਾਡੇ ਸਨਮੁਖ ਇੱਕ ਪੱਤਰਕਾਰ ਦੀ ਜ਼ਿੰਦਗੀ ਦੀ ਗੱਲ ਮੈਂ ਤੁਹਾਡੇ ਨਾਲ ਕਰਾਂਗਾ। ਨਾਲ ਹੀ ਸਰੀ ਦੇ ਹਸਪਤਾਲ ਦੀਆਂ ਗੱਲਾਂ ਬਹੁਤ ਚੱਲਦੀਆਂ, ਅਲੱਗ-ਅਲੱਗ ਮੀਡੀਆ ਅਲੱਗ-ਅਲੱਗ ਗੱਲਾਂ ਕਰਦਾ। ਤੁਹਾਨੂੰ ਵੀ ਅੱਜ ਮੈਂ ਸਮਾਂ ਕੁਛ ਦੇਣਾ ਚਾਹੁੰਦਾ ਵੀ ਤੁਸੀਂ ਵੀ ਆਪਣੇ ਮਨ ਦੀ ਗੱਲ ਕਰੋ ਵੀ ਤੁਸੀਂ ਕੀ ਸੋਚਦੇ। 1 ਵਜੇ NDP ਦੇ ਲੀਡਰ ਜਗਮੀਤ ਸਿੰਘ ਉਹਨਾਂ ਨੇ ਟਾਈਮ ਸੈੱਟ ਕੀਤਾ ਹੈ। ਜੇ ਆ ਗਏ ਤਾਂ ਉਹਨਾਂ ਤੋਂ ਵੀ ਸਵਾਲ ਪੁੱਛਾਂਗੇ ਕਿ ਪਾਰਲੀਮੈਂਟ 'ਚ ਕੀ ਹੋ ਰਿਹਾ, ਕਹਾਣੀ ਕੀ ਚੱਲ ਰਹੀ ਆ। ਉੱਥੇ ਲਿਬਰਲਾਂ ਦੇ ਨਾਲ ਅੜੀ ਤਾਂ ਨਹੀਂ ਪੈ ਗਈ, ਉਹਨਾਂ ਦੀ ਆਪੋਜੀਸ਼ਨ ਕੋਈ ਨਹੀਂ ਹੁੰਦੀ। ਇਸ ਤੇ ਗੱਲਬਾਤ ਹੋਏਗੀ। 1:20 ਤੇ ਕਹਾਣੀ ਤੁਹਾਡੇ ਲਈ ਅੱਜ ਪੇਸ਼ ਕਰਾਂਗਾ ਵੀਨਾ ਵਰਮਾ ਜੀ ਦੀ। ਵੀਨਾ ਵਰਮਾ ਜੀ ਦੀ ਕਹਾਣੀ, ਉਹਨਾਂ ਨੇ ਆਪਣੀ ਜ਼ਿੰਦਗੀ ਪ੍ਰਵਾਸ ਤੇ ਕਿਤਾਬਾਂ ਲਿਖੀਆਂ ਨੇ। ਜ਼ਿਆਦਾਤਰ ਇਸਤਰੀ ਦੇ ਵੈਸਟਰਨ ਵਰਲਡ ਦੇ ਵਿੱਚ ਇਕੱਲੀ ਇਸਤਰੀ ਦੇ ਦੁੱਖ ਕੀ ਨੇ, ਹੁਣ ਦੇ ਸਮੇਂ 'ਚ ਕੀ ਦੁੱਖ ਨੇ, ਬਹੁਤ ਉਹ ਕਰੜਾ ਉਹਨਾਂ ਨੇ ਲਿਖਿਆ। ਨਵੀਂ ਕਿਤਾਬ ਇੱਕ ਕੁੜੀ ਇਕੱਲੀ ਦੇ ਵਿੱਚ ਹੁਣ ਤੇ ਸਮੇਂ ਦੇ ਵਿੱਚ ਜਿਹੜੀਆਂ ਬੱਚੀਆਂ ਸਾਡੀਆਂ ਪੰਜਾਬ ਤੋਂ ਆਉਂਦੀਆਂ ਨੇ, ਉਹਨਾਂ ਦੇ ਬਾਰੇ ਗੱਲਬਾਤ, ਸਾਹਿਤਕ ਸਰਗਰਮੀਆਂ ਦੀ ਗੱਲਬਾਤ ਜਿਹੜੀ ਹੈ। ਇਹ ਜਿਹੜੀ ਅਦਬੀ ਸੰਗਤ ਤੇ ਉੱਥੇ ਬਹਿ ਕੇ ਲਾ ਕੇ ਚੁਸਕੀਆਂ ਰਾਤ ਨੂੰ ਘੁੱਟਦੀਆਂ ਜਿਹੜੀਆਂ ਗਜ਼ਲਾਂ ਸੁਣਾਉਂਦੇ ਨੇ ਨਾ, ਉਹਨਾਂ ਦਾ ਵੀ ਤੁਹਾਨੂੰ ਸੁਣਾਇਆ ਸੀ ਵਿਗੜਿਆ ਬਾਂਦਰ ਇੱਕ ਵਾਰ, ਵੀ ਕੀ ਗੱਲ ਚੱਲਦੀ ਹੈ, ਕਿਵੇਂ ਇਹਨਾਂ ਦੇ ਵਿੱਚ ਇੱਕ ਉਹਨੇ ਆਪਣੀ ਜ਼ਿੰਦਗੀ ਦੀ ਕਿਸੇ ਦੀ ਇੱਕ ਪੱਤਰਕਾਰ ਦੇ ਘਰ ਵਾਲੀ ਦੀ ਗੱਲ ਵੀ ਧੱਕੇ ਨਾਲ ਕਿਵੇਂ ਕਿਤਾਬਾਂ ਕੱਢ ਕੇ ਗਰਾਜ ਦੇ ਵਿੱਚੋਂ ਬਣਦਾ ਸੀ। ਤੇ ਇਹ ਬੜੀ ਸੋਹਣੀ ਉਹ ਕਹਾਣੀ ਸੀ, ਵਿਗੜਿਆ ਬਾਂਦਰ ਤੁਹਾਨੂੰ ਸੁਣਾਈ ਸੀ। ਉਹ ਇਹੀ ਆਲੇ ਦੁਆਲੇ ਚੱਲਦਾ, ਆਪਣਾ ਜਿਹਾ ਘੇਰਾ ਆਪਣੇ ਤੌਰ ਤੇ ਹੁੰਦਾ। ਇਹਨਾਂ ਨੂੰ ਆਪਣਾ ਆਪ ਹੀ ਵਧੀਆ ਲੱਗਦਾ ਹੁੰਦਾ, ਬਸ ਅਸੀਂ ਸਾਡੀਆਂ ਕਿਰਤਾਂ ਤੇ ਅਸੀਂ ਬਸ। ਜਦ ਮਨੁੱਖਤਾ ਦਾ ਦੁੱਖ ਹੈ, ਹੁਣ ਪਤਾ ਲੱਗਦਾ ਹੈ ਕਿ ਪੰਜਾਬ ਬਾਰੇ ਕੋਈ ਲਿਖਦਾ ਤੇ ਪੰਜਾਬ ਬਾਰੇ ਕੋਈ ਗਾਉਂਦਾ। ਜੇ ਕੋਈ ਗਾਉਂਦਾ ਹੈ ਤੇ ਕੋਈ ਲਿਖਦਾ ਹੈ, ਜਿਹੜਾ ਕੁਛ ਸੁਣ ਰਹੇ ਹੋ ਇਸ ਤਰ੍ਹਾਂ ਲਿਖੀਦਾ ਤੇ ਇਸ ਤਰ੍ਹਾਂ ਗਾਈਦਾ। ਝਕੜਾ ਮਾਰ ਕੇ, ਚਿਲਮ ਖਿੱਚ ਕੇ, ਰਾਤ ਨੂੰ ਸੂਟੇ ਲਾ ਕੇ ਤੇ ਬਸ ਵੀ ਸਵੇਰ ਨੂੰ ਦਿੱਲੀ ਤਾਂ ਪੈਰਾਂ 'ਚ। ਇਹਨਾਂ ਨਾਲ ਕੱਖ ਨਹੀਂ ਹੁੰਦਾ। ਇਹ ਨਾਲੇ ਹੁਣ ਜਿਹੜਾ ਕੰਮ ਹੈ ਇਹ ਬੜਾ ਹੁਣ ਸੂਤ ਆਉਣਾ, ਨਿਬੜ ਗਿਆ ਇਹ ਬਹੁਤ ਕੁਝ। ਇੱਕ ਮੈਂ ਵੇਖ ਰਿਹਾ ਸੀ ਕਿਸੇ ਦੀ ਇੱਕ TV ਦੀ ਵਾਇਰਲ ਹੋਈ ਹੋਈ ਹੈ ਬਠਿੰਡੇ ਮਾਲ ਦੇ ਵਿੱਚ। ਨੌਜਵਾਨ ਪੀੜ੍ਹੀ 20 ਵਰ੍ਹਿਆਂ ਦੇ ਨੂੰ ਪੁੱਛਦੇ ਨੇ ਉਹ ਸ਼ਹੀਦ ਤੁਹਾਨੂੰ ਪਤਾ ਕੌਣ ਨੇ? ਹਰਜਿੰਦਰ ਸਿੰਘ ਜਿੰਦਾ ਦੇ ਸ਼ਹੀਦੀ ਦਿਨ ਤੇ ਸੀ। ਬਸ ਉਹ ਇਹਨਾਂ ਦੇ ਨਾਂ ਲੈਂਦੇ ਨੇ, ਫਲਾਣੇ ਦਾ ਗੀਤ ਆਹਾ, ਫਲਾਣੇ ਦਾ ਗੀਤ ਆਹਾ, ਫਲਾਣੇ ਦਾ ਆਹਾ। ਮਤਲਬ ਇੱਥੋਂ ਸਮਝ ਸਕਦੇ ਤੁਸੀਂ ਵੀ ਆਉਣ ਵਾਲੀ ਪੀੜ੍ਹੀ ਕਿੱਥੇ ਖੜਾ ਦੇ। ਇਹ ਸਾਹਮਣੇ ਹੈ। ਦੂਜਾ ਲੁਕਮਾ ਸੀ 1995 ਚ ਜੱਸੋਵਾਲੀਏ ਨੇ ਜਿਹੜਾ ਕੰਮ ਤੋਰਿਆ ਸੀ, ਉਹਦੇ ਚੇਲੇ ਬਾਲ ਕੇ ਹਲੇ ਵੀ ਤੁਰੇ ਫਿਰਦੇ ਆ ਪੁਲਿਸ ਦੇ ਵਿੱਚ, ਲੁਕਮੀਆਂ ਵਰਦੀਆਂ ਪਾ ਕੇ ਅੰਡਰ ਕਵਰ ਬਣ ਕੇ। ਤੇ ਉਹ ਸਾਡਾ ਸੱਭਿਆਚਾਰ ਕਰਦਿਆਂ ਨੇ ਗੱਲ ਕਰਤੀ। ਉਹਦੇ ਚੋਂ ਹੀ ਆਹ ਅਗਲੀਆਂ ਜਿਣਸਾਂ ਜਿਹੜੀਆਂ ਪੈਦਾ ਹੋਈਆਂ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਜ ਸ਼ਹੀਦੀ ਦਿਨ ਹਰਜਿੰਦਰ ਸਿੰਘ ਜਿੰਦੇ ਦਾ ਤੇ ਸੁਖਦੇਵ ਸਿੰਘ ਸੁੱਖੇ ਦਾ। ਗਾਉਣ ਵਾਲਿਆਂ ਦੇ ਇਕੱਲੇ ਗੀਤ ਦੇ ਨਾਲ ਉਹ ਦੱਸਦੇ ਆ, ਕਿਉਂਕਿ ਉਹਨਾਂ ਦੇ ਰੋਲ ਮਾਡਲ ਹੀ ਇਹ। ਹੁਣ ਥੋੜੀ ਜਿਹੀ ਠੱਲ ਪਊ, ਸੌਖ ਹੋ ਜੂ। ਸੋ KRPradio.com ਤੇ ਸਿੱਧਾ ਪ੍ਰਸਾਰਣ ਤੇ ਤੁਹਾਨੂੰ ਕਹਾਣੀ ਵੀਨਾ ਵਰਮਾ ਜੀ ਦੀ 1:20 ਤੇ ਸੁਣਾਵਾਂਗਾ। ਤੇ ਨਾਲ ਹੀ 604 440 6462 604 729 1224 WhatsApp ਤੇ ਟੈਕਸਟ ਲਈ ਇਹ ਨੰਬਰ ਹੈ। ਬੂਟੇ ਵੱਢਣੇ ਨਾ ਸੌਖੇ ਗੁਰੂਆਂ ਦੇ ਬਾਗ ਦੇ, ਕਰ ਦਿੱਲੀ ਇਹ ਫਿਕਰ ਲੱਖਾਂ ਸਿੰਘ ਜਾਗਦੇ। ਤੁਰੇ ਪਿੰਡ ਤੋਂ ਇਹ ਲੋਕ ਤੇਰੇ ਰਾਜ ਖੋਣਗੇ, ਦੇਖੀ ਤੇਰਿਆਂ ਤਰੀਕਿਆਂ ਨਾ ਤੈਨੂੰ ਖੋਣਗੇ। ਤੇਰੇ ਕੰਨਾਂ ਵਿੱਚ ਗੀਤ ਵੱਜਣੇ ਵਿਰਾਗ ਦੇ, ਕਰ ਦਿੱਲੀ ਇਹ ਫਿਕਰ ਲੱਖਾਂ ਸਿੰਘ ਜਾਗਦੇ। ਬੈਠੇ ਕੁੱਲੀਆਂ ਦੇ ਵਾਸੀ ਤੇਰੇ ਕਿਲੇ ਘੇਰ ਕੇ, ਬੈਠੇ ਕੁੱਲੀਆਂ ਦੇ ਵਾਸੀ ਤੇਰੇ ਕਿਲੇ ਘੇਰ ਕੇ, ਉਹਨਾਂ ਖਿੱਦੂਆਂ ਦੇ ਵਾਂਗ ਤੈਨੂੰ ਜਾਣਾ ਢੇੜ ਕੇ। ਉਹ ਤਾਂ ਲੱਭਦੇ ਸਵੇਰੇ ਤਾਂ ਹੀ ਰਾਤ ਝਾਕਦੇ,
कर दिल्ली फिकर लखा सिंह जागदे। छड्ड दित्तियां लोकां ने हुण नींदां गूढ़ियां, तेरे नक च नकेल पाउणी हत्थी चूड़ियां। डर कोई ना दिला च तेरे जहे नाग दे, कर दिल्ली फिकर लखा सिंह जागदे। पूछा चक दौड़ जाना तेरे सैनापतियां, हुण मन्नणो हां असीं, हुण मन्नणो हां कि सब मनमतियां। किसे नेड़े जाना भी ना बुझदे चिराग दे, कर दिल्ली फिकर लखा सिंह जागदे। सिंह जाणदे ने तली उत्ते जान धरनी, डर मौत वाला कड संधू जंग लड़नी। 40 मुक्ते लड़े सी जियो महीने मागदे, कर दिल्ली फिकर लखा सिंह जागदे। बूटे वड्ढणे ना सौखे गुरुआं दे बागदे, कर दिल्ली फिकर लखा सिंह जागदे। जुगराज सिंह लिखदा यूके वाला संधू। 12:24 होए ने। शुरू च एक मैं बेनती कर दूँ, कई बार जिंदगी दे कुछ इशूज जिहड़े ने अजकल कोविड-19 दे चलदे आ, कामकार दे घाट ते मुश्किलां दे विच पै के ना कई बार जिंदगी दे विच तुसीं कोई ज्यादा इशूज दा वजन झलदे होए कई बार ना मानसिक तनाव च चले जांदे। मानसिक तनाव दे विच जद तुसीं गए, तुहानूं कोई मुश्किल होगी, किसी कारण कोई बिजनेस च होगी, घर दी होगी, जब तुहानूं ये लग्या भी हुण मेरी इस वित तो मेरे ते झल नहीं हुंदा, तां किरपा करके उहनूं किसे नाल डिस्कस करो जरूर, दोस्त मित्र नाल, किसे नाल भी जिहदे ते तुहानूं विश्वास है कि यार मेरे लिए लत्त लाऊगा। अपने आप से नहीं झल्ली नहीं होंदी, सिर मारी जाना बैठे भी आ नहीं होया, आ नहीं होया, आ नहीं होया, आ नहीं होया। कई बार बहुत छोटी नोट होंदी है, बहुत छोटी एक गठ होंदी है जिहड़ी खुल जाती है किसी नाल गल करे ते, पर ਇਹਦੇ ਚ इस जगह ते नहीं आउणा भी अपने कंधे फूक लेने ने ते भी हुण मैं कंधे ते खड़ा बस, जां सज्जे जां खब्बे। ये सिचुएशन च नहीं कदे भी आउणा। ਇਹਨੂੰ इस तरह देखना है कि जिंदगी असी इस प्लैनेट ते इत्थे पक्का कुछ नहीं है। ये चीज नहीं कदे भी सोची दी बई इत्थे तां असी सब मतलब यही है सब कुछ, ये नहीं सब कुछ है। इत्थे वाधा घाटा जिहड़ियां हुंदियां रहिंदियां ने इंसान दे, जिवें एक तुहानूं मैं कहानी सुणाउंदा है। दो प्रेमी ते प्रेमिका दोने ही बैठे बिल्कुल पहाड़ दे पत्थर दे उपर थल्ले वादी च बैठे ने, ते उपरों एक पत्थर डिग पिया, बहुत वड्डा पत्थर डिगया ते पत्थर लग्या ते प्रेमिका जब थल्ले नूं डिगण लगी, बंदे ने बांह फड़ ली। बंदे ने बांह फड़ ली ते क्लिफ दे उपर वो थल्ले डिग रही है ते उपरों एक पत्थर आके डिग के बंदे दे उपर लग्या। फिर बंदे दे उपर ही आ गया पत्थर, ते थल्ले प्रेमिका नूं नहीं पता भी बंदे ते पत्थर है। उन्हें बांह फड़ी और लमक रही है गब्बे, ते जिथे उन्होंने बांह फड़ी है उत्थे एक खुड है, खुड दे विच सप बैठा। सप फंकारे मारदा, फर फर करदा। अच्छा थल्ले प्रेमिका कहंदी मैनू धूंदा नहीं बहुत, उपर नूं जोर नहीं लाउंदा, करदा की है, मैं तां डिग्गी, मैं तां गई। वो कहना लाउना है हुण जोर, लाउंदे ही ला, तू ला जोर उपर नूं। हुण उपर वाला कहंदा भी तू जोर ला थल्ले नूं, ओह जद उपर नूं आउंदी है तां सप फूका मारदा भी सप ना मत्थे च डंग मारे। ते ओह कहंदी तू नहीं धूंदा, ओह दस्सण जोगा ने भी मेरे तां पत्थर आप कमरोड़ ते पिया। जे ओह कहंदा मैं पत्थर दसदा तां गई। उहने बांह फड़ी हुई है, उपर वाला कहंदा तू उपर नूं नहीं आउंदी, ओहदे सामने सप है, सप उपर वाले नूं नहीं दिखदा, खुड च बैठा, ओहनूं थलड़ी नूं दिखदा। वो कहती तू नहीं जोर लाउंदा, ओहदे ते पत्थर पिया ढूही ते, ओहनूं ये नहीं पता कि उपर मेरा मर्दा जिहड़ा ओहदी ढूही ते पत्थर पिया। दोने नहीं एक दूजे दसदे, क्योंकि बाहां दे सन जिथे बाहां फड़ियां उत्थे सप है। प्रेमिका कहंदी जे मैं इहनूं दसदा सप, इहने मेरी बांह छड़ देनी है। अच्छा वो कहंदा जे मैं इहनूं दसदा मेरे ते पत्थर है, इहने उइयों डिग पैना। कई बार सिचुएशन इहो जी हो जाती है ਜਿਹਦੇ ਤੇ ਕਿਸੇ ਬਾਰੇ ਕੋਈ ਵੀ ਆਪਾਂ ਚੀਜ਼ ਕਹਿਣ ਤੋਂ ਪਹਿਲਾਂ ਸਿਚੁਏਸ਼ਨ ਨੂੰ ਉਹਨੂੰ ਆਪ ਵੇਖੀਏ ਵੀ ਪਤਾ ਨਹੀਂ ਦੂਜਾ ਬੰਦਾ ਕਿਹੜੀ ਸਿਚੁਏਸ਼ਨ 'ਚ। ਇਹ ਸਮਝਿਓ ਪਲੀਜ਼,
ਅਸੀਂ ਆਪਣੀ ਰੂਲਿੰਗ ਕਰਦੇ ਹਾਂ। कोई माड़ी मोटी गल ते रूल आउट कर देना, मान लो कोई आया नहीं, किसी ने कोई थोड़ा काम नहीं किया, किसी ने थोड़े पैसा धेला देना सी देना नहीं, तो फोन चक के मर गया तू हुण जा भाई, तेरी बोल तेरे काहदे रहे आ, जवान है कि तेरी की है। मतलब आपां तां आप तंग आ भी मेरे कोल पैसे मुक गए। हुण दूजा पता नहीं कित्थे खड़ा है सड़क दे उपर ते ओहदी गड्डी जां ट्रक जां कुछ खराब हुई खड़ा, जां बेल्टां तड़ाई खड़ा, जां घर वाले नाल लड़ी खड़ा है, ਜਾਂ ਕੰਮ ਤੋਂ ਜਵਾਬ ਹੋ ਗਿਆ, ਉਹਦੀ ਸਿਚੁਏਸ਼ਨ ਨਹੀਂ ਸਾਨੂੰ ਪਤਾ। ਸੋ ਜ਼ਿੰਦਗੀ ਜਿਹੜੀ ਆ ਇਹ ਜਿਉਂ ਤਾਂ ਜਾ ਸਕਦੀ ਹੈ ਜੇ ਇੱਕ ਦੂਜੇ ਦੀ ਬਾਂਹ ਫੜੀ ਜਾਵੇ। ਆਹ ਸਿਨੈਰੀਓ ਕਿਸੇ ਨੇ ਥੈਂਕਸ ਗਿਵਿੰਗ ਡੇ ਤੇ ਨਾ ਇਹ ਬਹੁਤ ਇੱਕ ਨੋਨ ਜਰਨਲਿਸਟ ਨੇ ਇਹ ਕਾਰਟੂਨ ਬਣਾਇਆ ਸੀ। ਉਹ ਕਾਰਟੂਨ ਦੇ ਵਿੱਚ ਜਿਹੜਾ ਉਸਨੇ ਪੇਸ਼ ਕੀਤਾ ਮੈਂ ਹੈਰਾਨ ਹੋ ਗਿਆ ਵੀ ਕਿਵੇਂ ਜਿਹੜਾ लोग किस तरह क्रिएट करते। ਉਹਦੇ ਵਿੱਚ ਜਦ ਫੋਟੋ ਨੂੰ ਤੁਸੀਂ ਵੇਖਦੇ ਹੋ ਉੱਪਰ ਪੱਥਰ ਆ ਬੰਦੇ ਤੇ, ਉਹਦੇ ਥੱਲੇ ਡਿੱਗ ਰਹੀ ਹੋਈ ਉਹਦੀ ਨਾਲ ਦੀ ਇਸਤਰੀ, ਉਹਨੇ ਬਾਹ ਫੜੀ ਤੇ ਗੱਭੇ ਖੁੱਡ ਆ ਜਿਹੜਾ ਦੋਨਾਂ ਦੇ ਵਿੱਚ, ਉੱਥੇ ਸੱਪ ਆ, ਥੱਲੇ ਘਰ ਵਾਲੀ ਨੂੰ ਪਤਾ ਵੀ ਉੱਥੇ ਸੱਪ ਮਾਰਦਾ ਫੂਕਾ। ਸੋ ਇਸ ਨੂੰ ਪਲੀਜ਼ ਮਤਲਬ ਕਈ ਵਾਰ ਜ਼ਿੰਦਗੀ ਦੇ ਵਿੱਚ ਇੰਨਾ ਤੁਸੀਂ ਐਕਸਟ੍ਰੀਮ ਚਲੇ ਜਾਂਦੇ ਹੋ ਵੀ ਯਾਰ ਮੇਰਾ ਤਾਂ ਮੁੱਕ ਗਿਆ ਸਭ ਕੁਛ ਨਹੀਂ ਮੁੱਕਿਆ ਹੁੰਦਾ। ਜਿਉਂਦੇ ਜੀ ਨੂੰ ਤਾਂ ਹੈਸਲਸ ਹੀ ਨੇ। ਜਦ ਤੱਕ ਅੱਜ ਤੁਸੀਂ ਛੱਡ ਦਿਓ, ਅੱਜ ਤੁਸੀਂ ਆਪਣੇ ਆਪ ਨੂੰ ਹੁੱਕ ਤੋਂ ਬਾਹਰ ਕਰ ਲਓ ਬਈ ਯਾਰ ਮੈਂ ਤਾਂ ਆਹੀ ਕਰਨਾ, ਇੰਨਾ ਕਰਨਾ, ਆਹ ਕਰਨਾ, ਮੈਂ ਆਹ ਚੀਜ਼ ਕਰ ਦੇਣੀ, ਆਹ ਕਰ ਦੇਣਾ, ਤੁਸੀਂ ਵਿਹਲੇ ਹੋ। ਅੱਜ ਜਦ ਰੇਸ ਦੇ ਵਿੱਚ ਭੱਜਣਾ ਮਿੱਤਰੋ, ਖੱਲੀਆਂ ਤਾਂ ਪੈਣੀਆਂ, ਗੋਡਾ ਤਾਂ ਗੜੈਚ ਕਰਨਾ ਹੈ, ਗਰਮੀ ਵੀ ਆਉਣੀ ਹੈ, ਦਿਲ ਨੇ ਵੀ ਧੜਕਣਾ। ਜਾਂ ਤਾਂ ਰੇਸ ਤੋਂ ਬਾਹਰ ਹੋ ਜਾਓ, ਜੇ ਰੇਸ 'ਚ ਰਹਿਣਾ ਤਾਂ ਇਉਂ ਹੀ ਰਹਿਣਾ। ਤੁਰੇ ਜਾਂਦੇ ਨੂੰ ਪਾਣੀ ਦੀ ਬੋਤਲ ਫੜਾ ਦਿਓ, ਜਦ ਕੋਈ ਤੁਹਾਨੂੰ ਫੋਨ ਕਰਦਾ ਸੁਣ ਲਓ। ਤੁਹਾਨੂੰ ਪਤਾ ਹੁੰਦਾ ਵੀ ਮੇਰਾ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ। ਮੈਂ ਤੁਹਾਨੂੰ ਹੁਣੇ ਦੱਸਦਾ, ਮੈਂ ਸਟੂਡੀਓ ਤੋਂ ਨਿਕਲਿਆ ਉੱਥੋਂ 11:15 ਵਜੇ, ਮੈਂ ਥੱਕਿਆ ਹੋਇਆ, 2 ਘੰਟੇ ਲੈਣੇ ਤੇ ਮੈਂ 12 ਵਜੇ ਫੇਰ ਲੱਗਣਾ। ਇਸੇ ਦੌਰਾਨ ਹੀ ਮੈਂ ਮਤਲਬ ਕੁਛ ਆਪਣਾ ਕਰ ਰਿਹਾ ਤੇ ਇੱਕ ਮਿੱਤਰ ਪਿਆਰਿਆਂ ਦਾ ਫੋਨ ਆ ਗਿਆ। ਅਕਸਰ ਉਹ ਕਰਦੇ ਮੈਂ ਬਾਈ ਬਹੁਤ ਔਖੇ ਹੋ ਗਏ, ਉਹ ਕੋਈ ਉਹਨਾਂ ਦਾ ਇਸ਼ੂ ਹੈ, ਕਿਤੋਂ ਪੈਸੇ ਲੈਣੇ ਨੇ ਤੇ ਉਹ ਇਮੀਗ੍ਰੇਸ਼ਨ ਦੀ ਕੋਈ ਜਿਹੜੀ ਸਰਵਿਸ ਨਾ ਦੇ ਹੋਈ ਤੇ ਮਤਲਬ ਉਹ ਬਹੁਤ ਥੋੜਾ ਅਮਾਊਂਟ ਹੈ, ਪਰ ਹੁਣ ਉਹ ਬਹੁਤ ਵੱਡਾ ਹੈ ਉਹਨਾਂ ਦੇ। ਬਾਈ ਮੈਂ ਬਹੁਤ ਤੰਗ ਹੋ ਗਿਆ ਯਾਰ, ਮੇਰਾ ਟਰੱਕ ਯਾਰ ਖਰਾਬ ਹੋ ਗਿਆ, ਲੈਕਸਰੇਜ ਟਰੱਕ ਮੇਰਾ ਟੋ ਕਰਨਾ ਪਿਆ ਤੇ ਟਰੱਕ ਦੇ ਇੰਜਣ ਗਿਆ ਤੇ ਟਰੱਕ ਤੋਂ ਉਹਦਾ ਕੱਖ ਨਹੀਂ ਬਣਿਆ। ਮੈਂ ਦੂਜਾ ਲੈ ਲਿਆ, ਦੂਜਾ ਵੀ ਖਰਾਬ ਹੋ ਗਿਆ, 2 ਖਰਾਬ ਹੋ ਗਏ। ਹੁਣ ਮੈਂ ਕਿਸੇ ਦਾ ਚਲਾਈ ਤੁਰਿਆ ਜਾਂਦਾ। ਚਲੋ ਹਾਲਾਂਕਿ ਹੁਣ ਮੇਰਾ ਨਾ ਤਾਂ ਮੈਂ ਟਰਾਂਸਪੋਰਟ ਹੈ, ਨਾ ਮੈਂ ਡਿਸਪੈਚਰ ਹਾਂ, ਨਾ ਮੈਂ ਇੰਸ਼ੋਰੈਂਸ ਵਾਲਾ, ਨਾ ਮੈਂ ਮਕੈਨਿਕ ਹਾਂ। ਮੈਂ ਤੁਹਾਨੂੰ ਫੀਲ ਕਰਾਉਂਦਾ ਵੀ ਜਦ ਤੁਸੀਂ ਕਿਸੇ ਨੂੰ ਸੁਣ ਲੈਂਦੇ ਹੋ ਉਹ ਐਡਾ ਕੁ ਜ਼ਿਆਦਾ ਔਖੇ ਸਾਹ 'ਚ ਹੋ ਜਾਂਦਾ, ਸੌਖੇ 'ਚ ਤੁਸੀਂ ਕਹਿੰਦੇ ਮੈਂ ਬਾਈ ਫਿਕਰ ਨਾ ਕਰ, ਆਪਾਂ ਹੁਣੇ ਗੱਲ ਕਰਦੇ ਹਾਂ। ਇਮੀਗ੍ਰੇਸ਼ਨ ਵਾਲਿਆਂ ਨੂੰ ਕਹਿ ਦਿੰਦੇ ਆ ਜੇ ਉਹ ਜਿੰਨਾ ਕਰਨ ਜੋਗੇ ਹੋਏ ਤੇਰਾ ਕਰਨ। ਚਲੋ ਇਮੀਗ੍ਰੇਸ਼ਨ ਵਾਲਿਆਂ ਨੂੰ ਕਹਿੰਦਾ ਮੈਂ ਆਹ ਸਿਚੁਏਸ਼ਨ ਆ ਯਾਰ ਬਈ, ਚਾਹੇ ਉਹਦਾ 2500 ਆ ਚਾਹੇ 3000 ਆ, ਹੀ ਇਜ਼ ਇਨ ਟਰਬਲ, ਉਹਨੂੰ ਵਾਪਸ ਕਰੋ ਜੇ ਸਰਵਿਸ ਨਹੀਂ। ਉਹ ਕਹਿੰਦਾ ਬਾਈ ਜੀ ਹੁਣੇ ਕਰ ਦਿੰਦੇ ਆ। ਹਾਲਾਂਕਿ ਉੱਥੇ ਕਸ਼ੀਦਗੀ ਵੀ ਹੋਈ ਆ। ਜਦ ਤੁਸੀਂ ਕਿਸੇ ਤੰਗੀ 'ਚ ਹੋਣਾ ਤਾਂ ਤੁਸੀਂ ਜਾ ਕੇ ਗੁੱਸੇ 'ਚ ਬੋਲਣਾ ਕਿਸੇ ਬਿਜ਼ਨਸ 'ਚ। ਬਿਜ਼ਨਸ ਵਾਲਿਆਂ ਦੇ ਪ੍ਰੋਟੋਕਾਲ ਆ, ਕਹਿੰਦਾ ਪੁਲਿਸ ਨੂੰ ਸੱਦੋ, ਇਹ ਦੁਬਾਰਾ ਨਹੀਂ ਆ ਸਕਦਾ, ਖਤਮ। ਪਰ ਮੈਂ ਜਾਣੀ ਅੱਜ ਹੁਣ ਤਾਜ਼ੀ ਘਟਨਾ 'ਚ ਤੁਹਾਨੂੰ ਇਹ ਦੱਸਣਾ ਚਾਹੁੰਦਾ ਬਈ ਕਈ ਵਾਰ ਤੁਸੀਂ ਸੁਣ ਲਓ ਕਿਸੇ ਦੀ ਗੱਲ, ਯਾਰ ਸੁਣ ਲਓ। ਸੁਣ ਕੇ ਹੋ ਸਕਦਾ ਤੁਸੀਂ 100 ਦੇ ਵਿੱਚੋਂ 2% ਤੇ ਕਰ ਦੋ, 5% ਤੇ ਕਰ ਦੋ, 10% ਤੇ ਕਰ। ਕਈ ਵਾਰ ਤੁਹਾਨੂੰ ਬਹੁਤ ਇਰਰੈਲੇਵੈਂਟ ਲੱਗਦਾ ਵੀ ਯਾਰ ਮੈਂ ਹੁਣ ਟਰੱਕ ਇਹਦਾ ਖਰਾਬ ਹੋਇਆ ਤੇ ਮੈਂ ਇਹਦੇ ਟਰੱਕ ਤੋਂ ਯਾਰ ਕੀ ਲੈਣਾ, ਤੇ ਦੂਜਾ ਵੀ ਖਰਾਬ ਹੋ ਗਿਆ, ਦੂਜੇ ਤੋਂ ਵੀ ਕੀ ਲੈਣਾ। ਪਰ ਜੇ ਤੁਸੀਂ ਸੁਣਦੇ ਹੋ ਪਤਾ ਨਹੀਂ ਉਹ ਕਿੰਨੇ ਕੁ ਪ੍ਰੈਸ਼ਰ 'ਚ ਆ ਬੰਦਾ, ਜਿਹਨੇ ਤੁਹਾਨੂੰ ਮਾਣ ਕਰਕੇ ਫੋਨ ਕੀਤਾ ਵੀ ਯਾਰ ਮੈਂ ਬਾਈ ਨੂੰ ਦੱਸਦਾ ਯਾਰ ਆਹ ਗੱਲ ਹੋ ਗਈ। ਮੈਂ ਬਸ ਤੋ ਇਹੀ ਜ਼ਿੰਦਗੀ ਹੈ, ਪੈਨਾਡੈਮਿਕਸ, ਮਹਾਮਾਰੀ ਤੇ ਇਹ ਭੁਚਾਲ, ਇਹ ਸੁਨਾਮੀਆਂ ਤੇ ਇਹ ਗੜੇ ਮਾਰ ਤੇ ਜੇ ਤੇ ਪੰਜਾਬ ਤੇ ਇੱਥੇ ਇਹ ਮਿੱਤਰੋ ਚੱਲਦੀ ਰਹਿਣੀ ਹੈ। ਪਰ ਇੱਕ ਦੂਜੇ ਨੂੰ ਸਾਂਭੋ, ਜਿੰਨਾ ਕੁ ਤੁਹਾਡਾ ਸਰਕਲ ਹੈ ਉਹਨੂੰ ਉਹਦੀ ਵੈਲਬੀਂਗ ਲਈ ਪੁੱਛ ਲਓ ਬਾਈ ਸਾਹਿਬ ਕਿਵੇਂ ਆ। ਬੀਬੀਆਂ ਵੀ ਆਪਣੇ ਸਰਕਲ 'ਚ, ਬੀਬੀਆਂ ਦਾ ਆਪਣਾ ਜਿਹੜਾ ਸਰਕਲ ਹੈ 5-4 ਉਹਨਾਂ ਦੀਆਂ ਦੋਸਤ ਨੇ, ਕੁੜੀਆਂ ਆਪਸ ਵਿੱਚ, ਬੀਬੀਆਂ ਆਪਸ ਵਿੱਚ ਦੁੱਖ ਸੁੱਖ ਓਬਵੀਅਸਲੀ ਤੁਸੀਂ ਕਰਦੇ ਹੋ।
पर फिर भी किते ना किते तुहाडी गंढ जिहड़ी औखी है उहनूं सही करन लई किते बह जाओ, किते कॉफी ते चले जाओ, किते रोटी खाण चले जाओ, एटलीस्ट घर दी चार दीवारी तो परां हो के किते, क्योंकि साडा यह बहुत बड़ा एक इशू है। जां तां घर चों निकलदियां ही जिहड़ियां ने बहुत जिहड़ियां ਤੋਰੇ ਫੇਰੇ ਤੇ ਨੇ ਉਹਨਾਂ ਨੂੰ ਇਸ਼ੂ ਹੀ ਹੈ ਨਹੀਂ। ਉਹ ਕਹਿੰਦੇ ਨਿੱਤ ਕਹਾਣੀ ਹੈ, ਪਾ ਘੁੱਟ ਕਿਹੜਾ ਬੈਠੀ ਹੈ ਮਾੜਾ ਜਿਹਾ ਮਾਰੀਏ ਗੱਲਾਂ ਬਾਤਾਂ, ਤੈਨੂੰ ਗੱਲਾਂ ਸੁਣਾਉਣੀਆਂ, ਨਾਲੇ ਉਹਨਾਂ ਦਾ ਆਪਣਾ ਸਰਕਲ ਹੈ, ਉਹ ਬਹਿ ਕੇ ਆਨੰਦ ਕਰਦੀਆਂ ਨੇ। ਮਤਲਬ ਐਕਸਟ੍ਰੀਮ ਹੈ। ਜੇ ਤੁਸੀਂ ਕਹਿੰਦੇ ਹੋ ਵੀ $50-100 ਇੱਕ ਘਰ ਦੇ ਹਾਊਸ ਹੋਲਡ ਲਈ ਲੰਚ ਲਈ, ਡਿਨਰ ਨੂੰ ਤਾਂ ਜਾਂਦੀਆਂ ਹੀ ਨਹੀਂ ਵਿਚਾਰੀਆਂ, ਘਰੇ ਨੇ ਡਿਨਰ, ਜਿਹੜਾ ਡਿਨਰ ਪਾਰਟੀਆਂ ਜਿਹੜੀਆਂ ਉਹ ਹੋਰ ਪਾਰਟੀਆਂ ਨੇ ਉੱਥੇ, ਉਹ ਇੱਕ ਅਲੱਗ ਗਰੁੱਪ ਹੈ। पर ये आम बीबियां ਜਿਹੜੀਆਂ ਘਰ ਵਾਲੀਆਂ ਨੇ ਰੋਟੀ ਵੀ ਨਹੀਂ ਖਾਣ ਬਾਹਰ, ਉਹਨੂੰ ਕਹਿੰਦੇ ਯਾਰ ਲੰਚ ਕਰਿਓ, ਜਾਓ 2-4 ਦੋਸਤ ਆਪਣੀਆਂ ਇਕੱਠੀਆਂ ਹੋ ਕੇ, ਤੁਸੀਂ ਜਾਂਦੀਆਂ ਕਿਉਂ ਨਹੀਂ? ਉਹ ਬਸ ਅਸੀਂ ਨਹੀਂ ਜਾਣਾ, ਅਸੀਂ ਨਹੀਂ ਜਾਣਾ। ਮਤਲਬ ਜ਼ਿਆਦਾਤਰ ਆਪਣੇ ਘਰਾਂ 'ਚ ਇਹ ਪ੍ਰਚਲਿਤ ਹੈ। ਸੋ ਇਹ ਗੰਢ ਆ ਜਿਹੜੀ ਇਹ ਖੁੱਲਣੀ ਚਾਹੀਦੀ। ਸਾਰੇ ਆਪਾਂ ਜਿਉਨੇ ਆ ਬਈ ਆਏ ਤੇ ਮੈਂ ਤੇ ਬਸ ਮੈਂ ਤਾਂ ਥੰਮੇ ਹੀ ਪਿਆ ਤੇ ਮੈਂ ਆਹ ਕਰਤਾ, ਮੈਂ ਉਹ ਕਰਤਾ, ਕੱਖ ਨਹੀਂ ਕਰਤਾ। ਪਰ ਉਦਣ ਜਿੱਦਣ ਤੁਸੀਂ ਕਿਸੇ ਨੂੰ ਸਾਂਭੋ, ਕਿਸੇ ਦਾ ਗੁੱਟ ਹੱਥ 'ਚ ਫੜੇ ਨੂੰ, ਫਿਕਰ ਨਾ ਕਰ, ਫੜ ਮਾੜਾ ਜਾ ਫੜ, ਕੋਈ ਇਹੋ ਜਿਹਾ ਇਸ਼ੂ ਨਹੀਂ ਹੈ, ਰਲਾਉਣ ਦੀ ਨਹੀਂ ਲੋੜ ਹੈ। ਪਰ ਲੋਰੀ ਆ ਚੱਲੀ, ਤੈਨੂੰ ਜਹਾਜ਼ ਨਹੀਂ ਚੜਾਉਣ ਲੱਗੇ, ਤੇਰਾ ਪਾਸਪੋਰਟ ਨਹੀਂ ਮੁੱਕਣ ਲੱਗਿਆ, ਤੇਰੀ ਛੱਤ ਕੋਈ ਬਾਬ ਰੋਲਾ ਨਹੀਂ ਉਡਾ ਕੇ ਜਾਣ ਲੱਗੀ। ਅੱਜ ਜਵਾਕ ਘਰੇ ਬੈਠੇ ਆ, ਜਵਾਕ ਪੜ੍ਹਨ ਗਏ ਨੇ, ਰੋਟੀ ਪਾਣੀ ਕੋਲ ਹੈ, ਫਿਕਰ ਨਾ ਕਰ, ਲੱਤਾਂ ਤੇ ਖੜਾ, ਲੱਤ ਨਹੀਂ ਕੋਈ ਟੁੱਟੀ, ਬਾਂਹ ਨਹੀਂ ਟੁੱਟੀ, ਕੋਈ ਬਿਮਾਰੀ ਨਹੀਂ, ਕੋਈ ਕੁਛ ਨਹੀਂ ਹੋਇਆ ਤੈਨੂੰ। ਡਾਲਰ ਹੀ ਨੇ ਇੱਧਰ ਉੱਧਰ ਜ਼ੀਰੋਆਂ ਹੋਈਆਂ ਨੇ, ਅੱਜ ਜ਼ੀਰੋਆਂ ਹਿੱਲੀਆਂ ਨੇ, ਕੱਲ ਨੂੰ ਜ਼ੀਰੋਆਂ ਆ ਜਾਣਗੀਆਂ। ਜੇ ਨਹੀਂ ਵੀ ਆਉਣਗੀਆਂ ਤਾਂ ਵੀ ਕੋਈ ਇਸ਼ੂ, ਤੂੰ ਕਰਕੇ ਖਾਣ ਵਾਲਾ ਬੰਦਾ ਖੜਾ ਹੋ ਮਾੜਾ ਜੀ। ਇਹ ਬਹੁਤ ਜ਼ਰੂਰੀ ਹੈ। ਕਈ ਵਾਰ ਤੁਹਾਨੂੰ ਦੂਜੇ ਬੰਨੇ, ਕਿਉਂਕਿ ਥੱਕੇ ਤਾਂ ਤੁਸੀਂ ਵੀ ਹੋਏ ਹੋ, ਤੁਸੀਂ ਸੁਣ ਰਹੇ ਹੋ, ਤੁਹਾਨੂੰ ਬਹੁਤ ਇਸ ਤਰ੍ਹਾਂ ਲੱਗਦਾ ਵੀ ਯਾਰ ਹੁਣ ਮੈਂ ਦੱਸ ਯਾਰ ਕੀ ਕਰਾਂ, ਮੈਂ ਕਿਹਦੀ ਸੁਣਾ। ਪਾਸੋਂ ਬੀਬੀ ਦਾ ਫੋਨ ਆ ਗਿਆ ਐਪਸਪੋਰਟ ਤੋਂ ਇੱਕ, ਉਹ ਕਹਿੰਦੀ ਹਰਜੀਤ ਸਿਆ, ਮੈਂ ਹਾਂ ਬੀਬੀ, ਕਹਿੰਦੀ ਮੈਂ ਇੱਥੇ ਮਾਲ 'ਚ ਗਈ ਸੀ, ਇੱਕ ਬਿੱਲ ਵਾਲੇ ਨੇ ਮੇਰੇ ਤੋਂ ਦਸਤਖਤ ਕਰਾ ਲਏ, ਮੈਨੂੰ ਫੋਨ, ਮੈਨੂੰ ਪਤਾ ਨਹੀਂ ਪੁੱਤ ਕਿਹੜਾ ਦਿੱਤਾ, ਮੈਨੂੰ 1800 ਦਾ ਬਿੱਲ ਆ ਗਿਆ। ਹੁਣ ਨਾ ਤਾਂ ਬਿੱਲ ਵਾਲੇ ਦਾ ਮੈਨੂੰ ਪਤਾ, ਨਾ ਬੀਬੀ ਨੂੰ ਪਤਾ ਬਿੱਲ ਵਾਲਾ ਕਿਹੜਾ। ਮਾਲ 'ਚ ਗਈ ਸੀ ਪੁੱਤ ਮੈਂ, ਨਾ ਉਹਨੇ ਦੱਸਤਾ, ਬਲਾਸਟ ਨੇ ਦੱਸਤਾ ਵੀ ਆਹ। ਮੈਂ ਕਿਹਾ ਹੁਣ ਉਹਨੂੰ ਬੇਬੇ ਐਵੇਂ ਕਹੀ ਜਾ ਕੇ ਤੇ ਭਾਈ ਪੁੱਤ ਪੈਸੇ ਮੋੜ ਦੇ, ਫਿਰ ਮੈਂ ਨਹੀਂ ਮੈਂ ਤੇਰਾ ਬਿਰਬਾ ਪਾਉਂਗੀ। ਸਮਝ ਗਏ ਵੀ ਮਤਲਬ ਹੁਣ ਆਪਾਂ ਕਿਤੇ, ਮੈਂ ਨਹੀਂ ਗੱਲ ਆਪਣੀ, ਮੈਂ ਨਹੀਂ ਕਰਦਾ, ਮੈਂ ਮਾੜੀਆ, ਆਪਾਂ ਕੋਈ ਵੀ ਸਾਰੀਆਂ ਚੀਜ਼ਾਂ ਨਹੀਂ ਕਰਨ ਵਾਲੇ ਹੈ, ਕੋਈ ਵੀ ਨਹੀਂ ਕਰ ਸਕਦਾ, ਪਰ ਸੁਣਨਾ ਬਹੁਤ ਜ਼ਰੂਰੀ। ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜਦ ਲੱਗਦੀ ਆ ਵੀ ਖਤਮ ਹੋ ਗਈ, ਖਤਮ ਨਹੀਂ ਕਦੇ ਵੀ ਜ਼ਿੰਦਗੀ ਹੁੰਦੀ ਮਿੱਤਰੋ। ਖਤਮ ਤਾਂ ਉਦਣ ਹੋਣੀ ਹੈ ਜਿੱਦਣ ਬਸ ਜਿੱਦਣ ਕੋਰਟ ਦੀ ਬਾਂਹ ਜਿਹੜੀ ਘੁਮਾ ਕੇ ਜਾਂ ਆਕੜੀ ਹੋਈ ਪੌੜੀਆਂ ਵਿੱਚ ਦੀ, ਉਦਣ ਫਾੜੀਆਂ ਵਾਲੀ ਪੱਗ ਧੱਕੇ ਨਾਲ ਬੰਨਣੀਆਂ, ਜਿੱਦਣ ਉਦਣ ਚੱਕ ਲੋ ਉਦਣ ਹੋਣੀ। ਉਦੋਂ ਪਹਿਲਾਂ ਜਿਉਂਦੇ ਜੀ ਤਾਂ ਇਸ਼ੂ ਰਹਿਣੇ ਹੀ ਰਹਿਣੇ ਨੇ। ਕੀ ਪਿੰਡ 'ਚ ਇਸ਼ੂ ਨਹੀਂ ਸੀ ਜਿੱਥੋਂ ਆਏ ਹੋ? ਤੇਲ ਮੁੱਕ ਗਿਆ, ਟਰੈਕਟਰ ਹਵਾ ਲੈ ਗਿਆ, ਟਰੈਕਟਰ ਸਟਾਰਟ ਹੁੰਦਾ, ਇਹਨੂੰ ਬੱਤੀ ਲਾ ਲਓ, ਤੇ ਭਈਆ ਭੱਜ ਗਿਆ, ਉਹ ਰਾਮੂ ਕਹਾਂ ਹੈ, ਉਹ ਕਹਿੰਦਾ ਭੱਜ ਗਿਆ, ਉਹ ਤਾਂ ਗਿਆ, ਇਹ ਅੰਦਰ ਪਿਆ ਸਾਰਾ ਰਾਤ ਤਾਂ, ਉਹ ਕਹਿੰਦਾ ਗਿਆ, ਉਹ ਤਾਂ ਲਗਾਈ ਉਹਦੀ ਢਿੱਲੀ ਹੋ ਗਈ, ਬਿਹਾਰ ਹੋ ਗਿਆ। ਤੇ ਬੀਬੀ ਤੇਰੀ ਉਹ ਅੰਦਰ ਪਈ ਆ, ਕੀ ਹੋ ਗਿਆ? ਉਹਦੇ ਵੱਖੀ 'ਚ ਦਰਦ ਹੋਈ ਜਾਂਦਾ, ਲਿਆ ਉਹਨੂੰ ਫੱਕੀ ਦੇ, ਪਹਿਲਾਂ ਉਹਨੂੰ ਤਾਂ ਕਰ ਕਾਇਮ, ਚਾਹ ਤਾਂ ਪਿਲਾਵੇ। ਉਹਦੀ ਫੱਕੀ ਆ ਜਾਂਦੀ ਹੈ, ਲਵਣ ਭਾਸਕਰ ਚੂਰਨ ਦੀ, ਉਹ ਖਾ ਲੈਂਦੇ, ਚਾਹ ਬਣਦੇ, ਬੰਦਾ ਕਿਨਾਰੇ 'ਚ ਹੋ ਜਾਂਦਾ। ਤਾਂ ਇਸ ਤਰ੍ਹਾਂ ਹੀ ਕਰਨੀ ਹੈ, ਸੀਕੁਐਂਸ ਨੇ ਜ਼ਿੰਦਗੀ ਦੇ ਬਣੇ ਹੋਏ। ਤੁਸੀਂ ਸਾਰਾ ਕੁਝ ਨਹੀਂ ਕਰ ਸਕਦੇ, ਕਿਸੇ ਵੀ ਅਥਾਰਟੀ ਤੇ ਕੋਈ ਕੁਝ ਨਹੀਂ ਕਰ ਸਕਦਾ, ਪਰ ਸਟਿਲ ਐਜ਼ ਏ ਹਿਊਮਨ ਬੀਇੰਗ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ। ਹੁਣ ਇੱਥੇ ਮਦਦ ਦੇ ਤੇ ਧੱਕਾ ਜਿਹੜੇ ਬੰਦੇ ਕਰਦੇ ਆ, ਜਿਨ੍ਹਾਂ ਨੇ ਕੁਝ ਗਲਤ ਕਰਦੇ ਆ ਤੁਹਾਡੇ ਨਾਲ, ਕਿਤੇ ਤੁਹਾਨੂੰ ਡਿੱਚ ਕਰਕੇ, ਇਹ ਵੀ ਨਹੀਂ ਹੈ ਵੀ ਤੁਸੀਂ ਚੰਗਾ ਕਰਦੇ ਕਰਦੇ ਉਹਨਾਂ ਨੂੰ ਵੀ ਜਮਾਂ ਹੀ ਕਹੋ ਵੀ ਉਹਨਾਂ ਨੂੰ ਸਬਕ ਨਹੀਂ ਦੇਣਾ, ਉਹਨਾਂ ਨੂੰ ਵੀ ਸਬਕ ਦੇਣਾ। ਵੀ ਬੰਦਿਆਂ ਵਾਲੀ ਗੱਲ ਕਰੀ ਦੀ ਹੁੰਦੀ ਹੈ, ਇਹ ਟੋਪੀ ਬਾਜਾਂ ਦੀ ਦੁਨੀਆ ਨਹੀਂ ਹੈ। ਬੰਦਾ ਵਰਤਿਆ ਤੇ ਰੁਮਾਲ ਵਾਂਗੂ ਸਿੱਟ ਕੇ ਤੁਰ ਜਾਣਾ, ਅੱਗੇ ਬੰਦਿਆਂ ਦੀ ਜ਼ਰੂਰਤ ਫੇਰ ਪੈ ਜਾਂਦੀ ਹੈ। ਇਹ ਵੀ ਨਾਲ ਸੰਤ ਵੀ ਨਹੀਂ ਬਣਨਾ ਤੇ ਚੋਰ ਵੀ ਨਹੀਂ ਬਣਨਾ, ਨਾ ਹਾਂ ਕਹਿਣੀ ਹੈ ਨਾ ਕਹਿਣੀ ਹੈ, ਕਹਿਣੀ ਹੈ। ਦਿਲ ਸਾਹਿਬ ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਡਾਕਟਰ ਸਾਹਿਬ ਹਾਂਜੀ ਦੇਖੋ ਗੱਲ ਤਾਂ ਇਹ ਜਿਹੜੀ ਤੁਸੀਂ ਕਰਦੇ ਕਿ ਕਿਸੇ ਦੀ ਪਰੇਸ਼ਾਨੀ ਜੋ ਮਦਦ ਕਰਨੀ ਇਹ ਗੱਲ ਤਾਂ ਆਮ ਤੌਰ ਨੂੰ ਬੜੀ ਸਧਾਰਨ ਜਿਹੀ ਆ, ਪਰ ਜਦੋਂ ਆਲੇ ਦੁਆਲੇ 'ਚ ਨਿਗਾਹ ਮਾਰਦੇ ਆ ਨਾ ਖਾਸ ਕਰਕੇ ਚਲੋ ਦੇਖੀ ਵੀ ਬਹੁਤ ਸਾਰੇ ਲੋਕ ਆ ਜਿਹੜੇ ਇਸ ਤਰ੍ਹਾਂ ਕਰਦੇ ਆ, ਮਦਦ ਕਰਦੇ ਜਾਂ ਕਿੱਦਾਂ। ਸਪੈਸ਼ਲੀ ਮੈਂ ਦੇਖਦਾ ਵੀ ਉਹ ਉਹਨਾਂ 'ਚ ਕੋਈ ਵੱਡੀਆਂ ਕਈ ਵਾਰੀ ਚਲੋ ਵੱਡੀਆਂ ਕਾਰਪੋਰੇਟ ਜਾਂ ਕੋਈ ਦੂਰ ਬੈਠੇ ਬੰਦਿਆਂ ਦੇ ਨਾਲ ਕੋਈ ਏਦਾਂ ਇਸ਼ੂ ਤੇ ਗੱਲ ਕਰਨੀ ਬੜੀ ਸੌਖੀ ਆ, ਖਾਸ ਕਰਕੇ ਆਪਣੀ ਸੁਸਾਇਟੀ ਆਲੇ ਦੁਆਲੇ ਘੇਰੇ ਦੇ ਵਿੱਚ ਵੀ ਮੈਂ ਦੇਖਦਾ। ਚਲੋ ਮੈਂ ਤੁਹਾਡੇ ਨਾਲ ਸਾਡੇ ਲੱਖ ਮਤਭੇਦ ਹੋ ਸਕਦੇ ਕਿਸੇ ਵਿਸ਼ੇ ਦੇ, ਰਾਜਨੀਤੀ ਦੇ ਵਿਸ਼ੇ ਦੇ ਉੱਤੇ ਜਾਂ ਤੁਸੀਂ ਕਿਸੇ ਪਰਸਨਲ ਹੈ ਨਾ, ਪਰ ਓਵਰਆਲ ਜੇ ਦੇਖੀਏ ਤਾਂ ਮੈਨੂੰ ਲੱਗਦਾ ਵੀ ਮੈਂ ਨਹੀਂ, ਕਈ ਬੰਦਿਆਂ ਨੇ, ਮੈਂ ਸਿਫਤ ਨਹੀਂ ਕਰਦਾ ਤੁਹਾਡੀ ਜਿਹੜੀ ਮੰਨ ਲਓ ਪਿੱਠ ਪਿੱਛੇ ਵੀ ਕਈ ਬੰਦੇ ਜਿਹੜੇ ਤੁਹਾਨੂੰ ਨਹੀਂ ਵੀ ਪਸੰਦ ਕਰਦੇ ਉਹ ਇਸ ਤਰੀਕੇ ਜਾਂ ਹੋਰ ਬੰਦਿਆਂ ਦੇ ਵੀ ਨਾ ਤੁਹਾਡੇ ਨਹੀਂ ਗੱਲ ਮੰਨ ਲਓ ਸੁੱਖੀ ਸੰਧੂ ਹੋਣਾ ਜਾਂ ਹੋਰ ਦੋ ਕਈ ਬੰਦਿਆਂ ਦੇ ਲੈ ਵੀ ਜਿਹੜੇ ਇਸ਼ੂਆਂ ਤੇ ਮਦਦ ਕਰਨੀ ਬਣਦੀ ਆ ਉਹ ਆਪਣੇ ਵਿਰੋਧੀਆਂ ਤੋਂ ਉੱਠ ਕੇ ਵੀ, ਵਿਰੋਧ ਤੋਂ ਵੀ, ਨਿੱਜੀ ਵਿਰੋਧ ਤੋਂ ਉੱਠ ਕੇ ਵੀ ਕਰਦੇ ਆ ਮਦਦ ਹੈ। ਤੇ ਬਹੁਤ ਸਾਰੇ ਬੰਦੇ ਇਸ ਦੇ ਉਲਟ ਵੀ ਮੰਨ ਲਓ ਭਾਵੇਂ ਟਾਕ ਸ਼ੋ ਵਾਲੇ ਹੋਸਟ ਤੁਹਾਡੇ ਕਲੀਗੇ ਹੋਣ ਜਾਂ ਕਿੱਦਾਂ ਉਹ ਲਿਆਉਂਦੇ, ਉਹਨਾਂ ਦਾ ਹੱਕ ਵੀ ਏਦਾਂ ਚੀਜ਼ ਦਾ ਲਿਆਉਣਾ, ਪਰ ਉਹ ਜਿੱਥੇ ਉਹ ਮਦਦ ਵਾਲੀ ਗੱਲ ਹੁੰਦੀ ਹੈ ਵੀ ਲੋਕ ਉਹਨਾਂ ਕੋਲ ਮਦਦ ਦੇ ਲਈ ਨਹੀਂ ਜਾਂਦੇ। ਮੰਨ ਲਓ ਵੀ ਕੋਈ ਤੁਸੀਂ ਕੋਈ ਕਿਸੇ ਹੱਕ 'ਚ ਖੜ ਗਏ ਆ, ਉਹਦੇ ਵਿਰੋਧ ਵੀ ਦੂਜੇ ਇੱਕ ਤੁਹਾਡਾ ਕਲੀਗ ਕੋਈ ਟਾਕ ਸ਼ੋ ਕਰਦਾ, ਪਰ ਉਹਨਾਂ ਦੇ ਕੋਲ ਕੋਈ ਮਦਦ ਲਈ ਨਹੀਂ ਜਾਂਦਾ। ਪਤਾ ਨਹੀਂ ਤਾਂ ਜਾਂ ਉਹਨਾਂ ਨੂੰ ਕੋਈ ਉਹਨਾਂ ਦੇ ਬਲੀਵ ਨਾ ਹੋਊਗਾ ਜਾਂ ਉਹਨਾਂ ਦੀ ਕੋਈ ਸੁਸਾਇਟੀ 'ਚ ਨਹੀਂ ਮੰਨ ਲਓ ਇਦਾਂ ਦਾ ਕੋਈ ਛੱਡਿਆ, ਕੋਈ ਨਿਸ਼ਾਨ ਛੱਡਦੇ ਆ ਵੀ। ਜਾਨੀ ਇਹ ਮੇਰੇ ਖਿਆਲ ਨਾਲ ਵੀ ਸਾਨੂੰ ਸੋਚਣਾ ਚਾਹੀਦਾ ਵੀ ਆਫਟਰ ਆਲ ਵੀ ਬਹੁਤ ਸਾਰੀਆਂ ਚੀਜ਼ਾਂ ਆ, ਬੇਸ਼ੱਕ ਸਾਡੇ ਕਿਸੇ ਨਾਲ ਲੱਖ ਮਤਭੇਦ ਹੋਣ, ਉਹਦੇ ਲਈ ਸਾਨੂੰ ਨਿੱਜੀ ਵਿਰੋਧ ਤੇ ਜਾ ਕੇ ਕਈ ਵਾਰੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਵੀ ਨਾਰਾਜ਼ਗੀ ਝੱਲਣੀ ਪੈਂਦੀ ਆ, ਪਰ ਇਹ ਬਹੁਤ ਘੱਟ ਲੋਕਾਂ ਦੇ ਵਿੱਚ ਆ। ਤੇ ਮੈਂ ਵੀ ਤੁਹਾਨੂੰ ਤਾਂ ਕਿਹਾ ਕਿਉਂਕਿ ਤੁਹਾਡੇ ਜੇ ਤੁਹਾਨੂੰ ਬਹੁਤ ਫੋਨ ਆਉਂਦੇ ਹੁੰਦੇ ਆ, ਕਿਉਂਕਿ ਸਾਨੂੰ ਵੀ ਕਈ ਵਾਰੀ ਗਾਹਾਂ ਗਾਹਾਂ ਇੱਦਾਂ ਤੁਹਾਡੇ ਕਰਕੇ ਹੀ ਆ ਜਾਂਦੇ ਜਾਂ ਕਿੱਦਾਂ, ਪਰ ਹੋਣੀ ਚਾਹੀਦੀ ਆਮ ਤੌਰ ਤੇ ਬੰਦੇ ਕਈ ਬਹੁਤ ਛੋਟੀਆਂ ਛੋਟੀਆਂ ਮੁਸੀਬਤਾਂ ਹੁੰਦੀਆਂ, ਹਾਲਾਂਕਿ ਉਹ ਪੇਪਰ ਵਰਕ ਜਾਂ ਸਰਕਾਰੀ ਅਦਾਰਿਆਂ ਨੇ ਹੀ ਹੱਲ ਕਰਨੀਆਂ ਹੁੰਦੀਆਂ, ਪਰ ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਵੀ ਇਹਦਾ ਹੱਲ ਏਦਾਂ ਨਿਕਲ ਸਕਦਾ। ਉਹਨਾਂ ਨੂੰ ਗਾਈਡੈਂਸ ਦੇ ਦਿਓ ਜਾਂ ਕੋਈ ਵੱਡੀ ਧਿਰ ਜਿੱਦਾਂ ਪਿੱਛੇ ਨਰਸਾਂ ਦਾ ਇਸ਼ੂ ਆ ਜਾਂ ਟਰੱਕਾਂ ਵਾਲਿਆਂ ਦੇ, ਟੈਕਸੀਆਂ ਵਾਲਿਆਂ ਦੇ, ਉਹ ਤੁਸੀਂ ਧਿਰ ਬਣ ਕੇ ਗੱਲ ਕਰਦੇ ਬਹੁਤ ਘੱਟ ਮੈਂ ਬੰਦੇ ਦੇਖਿਆ ਵੀ ਜਾਣ ਕੇ ਉਹ ਕਰਨੀ ਬਣਦੀ ਹੁੰਦੀ ਆ। ਬੇਸ਼ੱਕ ਉੱਥੇ ਤੁਸੀਂ ਇਹ ਨਹੀਂ ਹੁੰਦਾ ਵੀ ਤੁਸੀਂ ਸਹੀ ਜਾਂ ਗਲਤ ਆ, ਪਰ ਉਸ ਇਸ਼ੂ ਨੂੰ ਰੇਜ਼ ਕਰਨਾ, ਉਹਦੇ ਵਿੱਚੋਂ ਹੀ ਸੋਲਿਊਸ਼ਨ ਨਿਕਲਣਾ ਹੁੰਦਾ। ਤੁਸੀਂ ਦੂਰ ਬੈਠੇ ਉਹਦਾ ਕ੍ਰਿਟਿਸਿਜ਼ਮ ਤਾਂ ਮੇਰੇ ਵਰਗਾ ਉਹ ਕਰ ਦੂਗਾ ਵੀ ਘੰਟਾ ਲਾ ਕੇ ਟਾਕ ਸ਼ੋ, ਪਰ ਉਹਦਾ ਜਦੋਂ ਉਹਨਾਂ ਬੰਦਿਆਂ ਦੇ ਨਾਲ ਖੜਨ ਦੀ ਗੱਲ ਆਉਂਦੀ ਹੈ ਫਿਰ ਕੋਈ ਨਹੀਂ ਖੜਦਾ। ਜਦੋਂ ਖੜ ਕੇ ਹੀ ਗੱਲ ਕਰਨੀ ਪੈਣੀ, ਬੇਸ਼ੱਕ ਉਦੋਂ ਆਪਾਂ ਲੱਗਦੇ ਨੇ ਵੀ ਇਹਨਾਂ ਦੀ ਧਿਰ ਬਣਿਓ ਜਾਂ ਆਪਾਂ ਆਪਣੀ ਗੈਂਗ ਵਾਇਲੈਂਸ ਦੇ ਇਸ਼ੂ ਹੋ ਗਏ ਜਾਂ ਆਪਣੀ ਹੋਰ ਐਜੂਕੇਸ਼ਨ ਕੋਈ ਵੀ ਹੋਵੇ, ਮੇਰੇ ਖਿਆਲ ਨਾਲ ਏਦਾਂ ਹੋਣੀ ਚਾਹੀਦੀ ਆ। ਆਪਾਂ ਨੂੰ ਉਹ ਬੰਦਿਆਂ ਦੀ ਗੱਲ ਹਰੇਕ ਨੂੰ ਸੁਣਨੀ ਚਾਹੀਦੀ, ਖਾਸ ਕਰਕੇ ਜਿਹੜੇ ਬੰਦੇ ਆਪਣੇ ਆਪ ਨੂੰ ਨੋਨ ਆ ਕਮਿਊਨਿਟੀ 'ਚ, ਭਾਵੇਂ ਜੇ ਪੋਲੀਟੀਸ਼ੀਅਨ ਆ, ਭਾਵੇਂ ਕੋਈ ਰੇਡੀਓ ਹੋਸਟ ਆ, ਭਾਵੇਂ ਕੋਈ ਸਮਾਜ ਸੇਵੀ ਸੰਸਥਾ ਆ, ਤੇ ਇਹ ਫੇਰ ਮੇਰੇ ਖਿਆਲ ਨਾਲ ਵਧੀਆ ਗੱਲ ਹੈ, ਕਿਉਂਕਿ ਅਦਰਵਾਈਜ਼ ਬਹੁਤ ਲੋਕਾਂ ਨੂੰ ਮਾਣ ਹੁੰਦਾ ਉਹਨਾਂ ਦੇ ਉੱਤੇ, ਤੇ ਹੋਣੀ ਚਾਹੀਦੀ, ਪਰ ਏਦਾਂ ਬਹੁਤੇ ਲੋਕ ਕਰਦੇ ਨਹੀਂ। ਧੰਨਵਾਦ ਜੀ। ਧੰਨਵਾਦ ਜੋੜ ਸਾਹਿਬ, ਧੰਨਵਾਦ। ਤੁਸੀਂ ਉਹਨਾਂ ਭਾਈਆਂ ਚੋਂ ਜਿਹੜੇ ਹੈ ਵੀ ਰੱਖਦੇ ਜਾਂ ਤੁਹਾਡਾ ਕਈ ਵਾਰ ਫੋਨ ਆਉਂਦਾ, ਤੁਸੀਂ ਜਿਹੜੀ ਗੱਲ ਕਹਿੰਦੇ ਹੋ ਉਹਨਾਂ ਦਾ ਖਿਆਲ ਵੀ ਜਦੇ ਰੱਖੀਦਾ। ਇਹ ਨਹੀਂ ਕਦੇ ਕਹਿੰਦਾ ਵੀ ਅਸੀਂ ਉਹ ਸਰਬੌਰ ਆ, ਸਾਡਾ ਕਿਹਾ ਹੀ ਫਾਈਨਲ ਆ, ਇਹ ਨਹੀਂ ਗੱਲ ਹੈ। ਬਿਲਕੁਲ ਬੰਦੇ ਸਿੱਖਦੇ ਨੇ। ਬਾਕੀ ਇਹ ਕਈ ਵਾਰ ਦੋਸ਼ ਵੀ ਲੱਗ ਜਾਂਦੇ ਨੇ ਵੀ ਧਿਰ ਬਣ ਕੇ, ਪਰ ਜਿੱਥੇ ਧਿਰ ਬਣ ਕੇ ਸਰਦਾ ਉੱਥੇ ਧਿਰ ਬਣ ਕੇ ਹੀ ਸਰਦਾ। ਇਹ ਲੱਗਦਾ ਹੁੰਦਾ ਆਪੋਜੀਸ਼ਨ ਤੁਹਾਨੂੰ ਰਾਜਨੀਤੀ ਤੋਂ ਪ੍ਰੇਰਿਤ ਹਰ ਚੀਜ਼ ਪਰ ਜਿੱਥੇ ਲੱਗੇ। ਹੁਣ ਜੇ ਆਪਾਂ ਇਕੱਲੀ ਮੈਂ ਅੱਗੇ ਤੁਹਾਨੂੰ ਖਬਰ ਸੁਣਾਉਣੀ ਹੈ, ਅਸਲ ਜਿਹੜੀ ਮੈਂ ਗੱਲ ਕਰਨੀ, ਸੌਰੀ ਗੱਲ ਹੋਰ ਪਾਸੇ ਚਲੇ ਜਾਂਦੀ ਹੈ। ਫਲਾਈਟਾਂ ਦੀ ਗੱਲ ਸੀ। ਫਲਾਈਟਾਂ ਦੀ ਗੱਲ ਦਾ ਇੱਕ ਇਸ਼ੂ ਇਹ ਸੀ ਕਿ ਪੰਜਾਬ 'ਚ ਕੁਝ ਪੀੜਤ ਪਰਿਵਾਰਾਂ ਨੇ ਫੋਨ ਆਪਾਂ ਨੂੰ ਕਰਤਾ, ਬਸ ਇੰਨੀ ਉਹ ਗੱਲ ਸੀ। ਉਹਦੇ 'ਚ ਤੁਸੀਂ ਤੁਰਦੇ ਐਡੀ ਦੂਰ ਠਿੱਲ ਕੇ ਆਪਣੀ ਕਿਸ਼ਤੀ ਲੈ ਗਏ, ਤੁਸੀਂ ਸਮੁੰਦਰ ਦੇ ਵਿੱਚ ਜਾ ਖੜੇ, ਨਾ ਪਿੱਛੇ ਨੂੰ ਨਾ ਮੂਹਰੇ, ਪਰ ਉਹਦੇ ਵਿੱਚ ਕੋਈ ਬਦਨੀਤ ਨਹੀਂ ਸੀ। ਨਾਲ ਜੁੜ ਗਏ ਬੰਦੇ ਲੱਗ ਗਏ, ਤੇ ਕਿੱਡਾ ਵੱਡਾ ਇਸ਼ੂ ਸੀ। ਕੋਈ $5-4 ਮਹੀਨੇ ਦਾ ਕਮਾਉਣ ਵਾਲੇ ਬੰਦੇ ਮਿਲੀਅਨਸ ਆਫ ਡਾਲਰ ਦੀ ਜ਼ਿੰਮੇਵਾਰੀ ਚੱਕ ਕੇ ਲੈ ਗਏ। ਕਿਹਦੇ ਖਾਤਰ? ਕਮਿਊਨਿਟੀ ਖਾਤਰ। ਮਤਲਬ ਜਹਾਜ਼ ਜੇ ਮਤਲਬ ਜਰਮਨੀ ਤੋਂ ਚੱਲ ਪਿਆ ਅੰਮ੍ਰਿਤਸਰ ਨੂੰ ਤਾਂ 4 ਲੱਖ ਤੇ ਤੁਹਾਡੇ ਦਸਤਖਤ ਹੋ ਗਏ। ਤੁਹਾਡੇ 4 ਲੱਖ ਮਿਲੇ ਨਾ ਮਿਲੇ, ਕਿਉਂਕਿ ਕਮਿਊਨਿਟੀ ਤੁਹਾਡੇ ਨਾਲ ਸੀ, ਪਰ ਦਸਤਖਤ ਤੁਹਾਡੇ 4-5 ਬੰਦੇ ਜਿਹੜੇ ਮੂਹਰਲਿਆਂ ਦੀ ਉਹ ਜ਼ਿੰਮੇਵਾਰੀ ਸੀ। ਔਰ ਇਹਨਾਂ ਦੇਸ਼ਾਂ ਦੇ ਵਿੱਚ ਜਦ ਕੋਈ ਪੁੱਠੀ ਚੀਜ਼ ਹੁੰਦੀ ਆ, ਤੁਹਾਡੇ ਘਰ-ਬਾਰ ਜਿਹੜੇ ਤੁਹਾਡੇ ਨਾਂ ਨੇ ਦਰਾਂ ਮੂਹਰੇ ਆ ਕੇ ਤੁਹਾਡੇ ਖੜ ਜਾਂਦੇ ਨੇ ਆ ਕੇ ਵਕੀਲ। ਇੱਥੇ ਭੱਜਣਾ ਤੁਹਾਨੂੰ ਬਹੁਤ ਔਖਾ ਹੈ। ਪਰ ਜੇ ਹੁਣ ਉਹਨੂੰ ਬੈਠ ਕੇ ਤੁਸੀਂ ਸੋਚੇ ਵੀ ਯਾਰ ਐਡਾ ਵੱਡਾ ਇਸ਼ੂ ਤੁਸੀਂ ਐਡਾ ਸਿਰ ਪਾ ਲਿਆ, ਤੇ ਇੱਕ ਤਾਂ ਤੁਸੀਂ ਉਧਰੋਂ ਕਮੇਟੀ ਤੇ, ਇੱਕ ਤੁਹਾਡੇ ਪੈਰ ਨੱਪਣ ਵਾਲੇ ਜਿਨ੍ਹਾਂ ਨੇ ਕੀਤਾ ਹੀ ਇਹ ਆ ਵੀ ਸਵੇਰ ਤੋਂ ਲੈ ਕੇ ਆਥਣ ਤੱਕ ਉਹਨੇ ਆਪੋਜੀਸ਼ਨ ਉਹਨਾਂ ਨੇ ਕਰਨੀ ਹੈ ਕਿਸੇ ਵਿਸ਼ੇ ਤੇ। ਇੱਕ ਬੰਦੇ ਉਹ ਕਨੈਕਟਰ ਨੇ, ਉਹ ਵੀ ਕਹਿੰਦੇ ਅਸੀਂ ਕਮਿਊਨਿਟੀ ਦੇ ਵਿੱਚ ਅਲੰਬਰਦਾਰ ਆ।
मतलब ये अपना अपना शौक है भी तुसी करना की है। हुण किसे कोल रुतबा तो है नहीं, जे होस्ट ला लो, कम्यूनिटी एक्टिविस्ट ला लो, कोई समाज सेवी, की ਉਹਦੇ ਕੋਲ अथॉरिटी है? कोई दस्तखत नहीं कर सकता, कोई लैटर नहीं दे सकता। हाँ की कर सकता? वो टेबल से हथ मार के कह सकता आ गल आए खड़ के गल कर, बस इन्ना ही है। लोग राय पूरे गोडे ला दिंदे ने बड़े बड़े। ते हाँ जे ਉਹਦੇ ਵਿੱਚੋਂ ਕੋਈ ਤੁਸੀਂ राजनीति कर रहे हो, निज कर रहे हो, लगता हुंदा पोजीशन ਤੁਸੀਂ कर रहे हो, पर रब जानदा हुंदा ਤੁਸੀਂ कर नहीं रहे हो। उत्थे फिर तुहाडे लई माड़ी गल है भी लोकां नूं तुसीं बरगला के अपना काम करदे, ओह जुल्म है। वो इंसानियत दे तुसीं एक कातल हो, तुसीं बिल्कुल गए गुजरे बिना जमीरे इंसान हो जो तुसीं किसी दे दुख च राजनीति कर रहे। तो मेरे ख्याल असीं कलैक्टिवली एक दूजे नाल मदद करके एक खित्ते जो है डिफरेंसिस भी हो सकते हैं थोड़े, पर काम तक करिए एक दूजे का जिहदे तक कोई पहुंच करदा है। मित्रों 2 लाख पंजाबियों के विचों जे तुहानूं कोई फोन करदा है, ਇਹਦਾ मतलब ਤੁਸੀਂ ਕੁਝ ਕਰਨ ਦੇ ਕਾਬਲ ਹੋ ਤਾਂ ਤੁਹਾਨੂੰ ਫੋਨ ਕੀਤਾ ਉਹਨੇ, ਹੋਰ ਨਾ ਕਿਸੇ ਨੂੰ ਕਰ ਲਿਆ। ਇਹ ਤੁਸੀਂ ਇੱਕ ਹੋਰ ਦੇਖੋ, ਤੁਹਾਡੀ ਫੋਨ ਦੇ ਵਿੱਚ ਜਿਹੜੇ ਕੰਟੈਕਟ ਸੇਵ ਨੇ ਉਹਨਾਂ ਦੇ ਵਿੱਚੋਂ ਤਾਂ ਤੁਹਾਨੂੰ ਫੋਨ ਆਉਂਦਾ ਹੀ ਨਹੀਂ ਕੋਈ ਮੁਸ਼ਕਲ ਦਾ। ਤੁਹਾਨੂੰ ਫੋਨ ਆਊਗਾ ਜਿਹੜੇ ਤੁਹਾਡੇ ਫੋਨ ਸੇਵ ਨਹੀਂ ਕੀਤੇ ਹੁੰਦੇ। ਇੱਥੋਂ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਸਮਾਜ 'ਚ ਕਿੱਥੇ ਵਿਚਰਦੇ। ਕਦੇ ਆਪਣਾ ਮਾਪਦੰਡ ਲਾ ਕੇ ਵੇਖਿਓ। एक तो है समाज ने तुहानू दफ्तर देता, तुहानू कुर्सियां देतियां, समाज तुहानू 2 लाख 2.5 लाख 3 लाख साल दी तनख्वाह दे रहा ते तुसीं ओहदे च कोई मिहणा नहीं तुहाडा। एक बन्ने तुसीं उत्थे हो भी जिथे तुसीं कुछ नहीं कम्यूनिटी तो लै रहे, पर तुसीं काम कर रहे हो। इहदा स्वाद, इहदा ठरक, इहदा नशा, ये नंगी धार ते नचना, इहदा स्वाद अलग है, करके वेखियो। अच्छा अगली गल करा पत्रकारी दी। ਹੁਣ पत्रकारी के रंग तुसीं वेख रहे हो, आले दुआले सुन रहे हो, कर रहे हो, ये चिरां दे ने। कई बार मलम्मा जिहा ला के ना तुसीं खेसी जी बुक्कल लई पूईओ कम्यूनिटी च फिरी जांदे हुंदे, पर जे कहनो लाहौर ते पेशौर चीज़ां सदा ही ऐ हुंदियां ने, कई बार पता नहीं लगदा। जद तुसीं बिकाऊ बन गए भी तुहानूं लिफाफा नोटां दा फड़ा के जिहड़ा मर्जी कोई डप खड़का लवे, फिर तुसीं अपने आप शीशे मूहरे खड़ के वेखी चलो अपने आप नूं, पर तुहानूं अंदरों पता हुंदा भी मेरी औकात की है। पत्रकार की गल सुनाउणा। आयरीना स्लैवीना दे नां दी एक हिस्ट्री जर्नलिस्ट जिहड़ी स्कूल टीचर सी ते कल्ली ओह विशियसली क्रिटिक सी जिहड़ा कुछ पुतन कर रहा ते उस दे उपर फाइन ते फाइन फाइन ते फाइन। 6वीं लार्जेस्ट सिटी निजनी नवग्रोड उसे विचों रहिंदी सी, ओजा प्रेस चलाउंदी सी ते ਉਹ अखीर लिखदी एक दिन जदों टुट गई ਉਹਦੇ ਤੇ मतलब केस इन्ने पाते, ਉਹਨੇ पुलिस हैडकुआटर के कोल मूहरे जाके अपने आप ਨੂੰ ਅੱਗ ਲਾ ਲਈ पेट्रोल पा के। ਉਹਦੀ मैं हुण लाइफ हिस्टरी पढ़ रहा था सवेरे भी कल भी। उसने सिर्फ ते सिर्फ लोकां ते होए धक्के दे खिलाफ लिखिया ते पुतिन दी सरकार ने ਜਿਹੜੇ ਲੋਕਾਂ ਦੇ ਵਿੱਚ ਬਰਾਬਰਤਾ ਦਾ ਢੰਡੋਰਾ, ਉਹ ਲੈਨਨ ਜੀ, ਉਹ ਸ਼ੈਨਨ ਜੀ ਤੇ ਜੇ ਤੇ ਜੀ ਬੋ ਤੇ ਪਤਾ ਹੀ ਨਹੀਂ ਕੀ ਕੁਛ ਕਰਦੇ ਨੇ ਅਲੰਬਰਦਾਰੀਆਂ। ਉੱਥੇ ਇੱਕ ਜਰਨਲਿਸਟ, ਸੱਚੀ ਜਰਨਲਿਸਟ ਨੂੰ ਆਪਣੇ ਆਪ ਨੂੰ ਪੈਟਰੋਲ ਪਾ ਕੇ ਅੱਗ ਲਾਉਣੀ ਪਈ। ਪੁਲਿਸ ਹੈਡਕੁਆਟਰ ਦੇ ਸਾਹਮਣੇ ਉਹਨੇ ਆਪਣੇ ਆਪ ਨੂੰ ਫੂਕ ਲਿਆ ਕਿ ਬੰਦਾ ਬਚਾਉਣ ਆਇਆ, ਉਹਨੇ ਧੱਕਾ ਦੇ ਕੇ ਪਰਾਂ ਮਾਰਿਆ ਬੰਦਾ। ਸਿਰਫ ਸੱਚ ਲਿਖਦੀ ਸੀ। ਉਹਦੇ ਖਿਲਾਫ ਲੋਕਲ ਪੁਲਿਸ, ਗਵਰਨਮੈਂਟ ਉੱਪਰੋਂ ਮੌਸਕੋ ਤੋਂ ਤੇ मतलब ਤੁਸੀਂ ਪੁੱਛਣਾ ਇੰਨਾ ਉਹਨੂੰ ਇਨਵੈਸਟੀਗੇਟਿਵ ਕਮੇਟੀਆਂ ਬਣਾਤੀਆਂ ਤੇ ਉਹਦੇ ਆਲੇ ਦੁਆਲੇ ਤੇ ਉਹਨੂੰ ਰੂਬਲ ਉਹਦਾ ਐਨ ਉਹਨੂੰ ਜੁਰਮਾਨੇ ਕਰਤੇ ਤੇ ਇਵੈਂਚੁਅਲੀ ਉਹਨੇ ਫਿਰ ਕੀ ਕੀਤਾ, ਉਹਨੇ ਸੁਸਾਈਡ ਕਰ ਲਈ। 70,000 ਰੂਬਲ ਦਾ ਫਾਈਨ ਉਹਨੂੰ ਕਰ ਦਿੱਤਾ ਸੱਚ ਬੋਲਣ ਤੇ। ਹਰਾਸਮੈਂਟ ਟੈਕਟਿਕਸ ਜਿਹੜੇ ਨੇ ਸਰਕਾਰਾਂ ਦੇ ਕਦੇ ਇਧਰੋਂ ਕਰਦੇ, ਇੱਕ ਬੰਨੇ ਸਰਕਾਰ ਹੈ, ਇੱਕ ਬੰਨੇ ਇਕੱਲਾ ਬੰਦਾ ਹੈ। ਤੇ ਉਹਦੇ ਵਿੱਚ ਇਵੈਂਚੁਅਲੀ ਉਹਨੇ ਫਿਰ ਕੀ ਕੀਤਾ, ਉਹਨੇ ਕਰ ਦਿੱਤਾ ਤੇ ਲਿਖ ਕੇ ਉਹ ਗਈ ਹੈ ਆਪਣੇ ਫੇਸਬੁੱਕ ਤੇ ਮੇਰੀ ਮੌਤ ਦਾ ਜ਼ਿੰਮੇਵਾਰ ਆਹ ਜਿਹੜਾ ਸਰਕਾਰ ਹੈ ਜਿਹਨੇ ਮੈਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ ਕਿ ਮੈਂ ਅੱਜ ਸੁਸਾਈਡ ਕਰ ਰਹੀ। ਮਤਲਬ ਟੁੱਟ ਗਈ ਜਦ ਹਰਾਸਮੈਂਟ ਇੰਨੀ ਉਹਨੂੰ ਕਰ ਦਿੱਤੀ, ਉਹਦੇ ਤੇ ਫਾਈਨ ਕੀ ਹੁਣ ਉਹ ਕਰ ਕੀ ਰਹੀ ਸੀ, ਨਿੱਜੀ ਕੁਛ ਕਰਦੀ ਸੀ? ਨੋ, ਕੋਈ ਵੀ ਆਪਣਾ ਨਿੱਜੀ ਨਹੀਂ ਸੀ ਕਰਦੀ। ਉਹ
ਤੇ ਉਹ ਸਿਰਫ ਤੇ ਸਿਰਫ ਮੈਂ ਇਸ ਗੱਲ ਦੇ ਤਾਂ ਮੈਂ ਪਹਿਲਾਂ ਇਹਦੇ ਵਿਪਰੀਤ ਗੱਲ ਆ ਵੀ ਬੰਦੇ ਨੂੰ ਖੜਨਾ ਚਾਹੀਦਾ ਜ਼ਿੰਦਗੀ 'ਚ, ਪਰ एरीना ਦੀ ਇਸ ਜੇ ਤੁਸੀਂ ਅੱਜ ਪਾਓ ਗੂਗਲ ਕਰਿਓ एरीना स्लाविना IRINA SLAVINA ਤੇ ਚੈਂਪੀਅਨ ਆਫ ਟਰੁੱਥ ਉਸ ਨੂੰ ਕਹਿੰਦੇ ਨੇ ਉੱਥੇ ਦੇ ਲੋਕ। ਤੇ ਆਪਣੀ ਆਜ਼ਾਦ ਹਸਤੀ ਉਹਨੇ ਬਰਕਰਾਰ ਰੱਖੀ। ਜਦ ਉਹਦਾ ਨਿਪੜ ਗਿਆ ਕੰਮ, ਘਰ ਵਾਲੇ ਨੇ ਵੀ ਉਹਨੇ ਦੱਸਿਆ ਬਈ ਬਹੁਤ ਸ਼ੁੱਕਰਵਾਰ ਨੂੰ ਉਹਨੇ ਆਪਣੇ ਆਪ ਨੂੰ ਖਤਮ ਕਰ ਦਿੱਤਾ। ਸੋ ਇਹ ਉਹਦੇ ਤੇ ਹੁਣ ਕੁਛ ਨਹੀਂ ਸੀ ਕਰਦੀ। ਉਹ ਧੱਕਾ ਜਿਹੜਾ ਮਾਸਕੋ ਦਾ ਸੀ ਉਹਦੇ ਖਿਲਾਫ ਲਿਖਦੀ ਸੀ ਤੇ ਉਸ ਦੇ ਅਖੀਰ ਹੁਣ ਉਸ ਦੇ ਬਾਰੇ ਉਸ ਦੇ ਫੈਮਿਲੀ ਉਸ ਦੇ ਦੋਸਤ ਕਦੇ ਤਾਰਨਿਸ਼ ਹੋ ਗਈ। ਕੋਸ਼ਿਸ਼ ਅਸੀਂ ਕੀਤੀ ਤੇ ਪਰ ਉਹ ਜਿੰਨਾ ਉਹਨੇ ਕੰਮ ਕੀਤਾ ਉਹਦਾ ਪ੍ਰੈਸ KOZA ਪ੍ਰੈਸ, ਉਸਨੇ ਇੱਕ ਇੰਡੀਪੈਂਡੈਂਟ ਪਹਿਲਾਂ ਉਹ ਬਹੁਤ ਵੱਡੇ ਮੀਡੀਆ ਹਾਊਸ ਲਈ ਕੰਮ ਕਰਦੀ ਸੀ, ਉੱਥੋਂ ਕਢਾ ਦਿੱਤੀ। ਫਿਰ ਉਸਨੇ ਆਪਣਾ ਇਹ ਚਲਾਇਆ, ਉਸ ਨੂੰ ਬੰਦ ਕਰਾ ਦਿੱਤਾ। ਫਿਰ ਵੀ ਉਹ ਖਬਰਾਂ ਛਾਪਦੀ ਰਹੀ। ਅਖੀਰ ਸੱਚ ਜਿਹੜਾ ਦੁਨੀਆ 'ਚ ਬਰਾਬਰਤਾ ਦੀ ਗੱਲ ਕਰਨ ਵਾਲੇ ਦੇਸ਼ਾਂ ਦੇ ਵਿੱਚ ਜੇ ਰੂਸ ਉੱਥੇ ਜਿਹੜਾ ਕੁਛ ਹੋ ਰਿਹਾ ਹੁਣ ਪ੍ਰੈਸ ਦੀ ਉਹਦੇ ਤੇ ਫੇਸਬੁੱਕ ਦੀਆਂ ਪੋਸਟਾਂ ਪਬਲੀਕੇਸ਼ਨ ਬੈਨ ਜੇ ਜੋ ਕਰਦੇ ਨੇ, ਪਰ ਉਹ ਕਰਦੀ ਰਹੀ ਅਖੀਰ ਤੇ ਉਹਨੂੰ ਹੰਡਰਡਸ ਆਫ ਥਾਊਜ਼ੈਂਡ ਜਿਹੜੇ ਰੂਬਲ ਜਿਹੜੇ ਫਾਈਨ ਕਰ ਦਿੱਤੇ ਤੇ ਪੁਲਿਸ ਉਹਨੂੰ ਫੜ ਕੇ ਲੈ ਗਈ, ਅਦਾਲਤਾਂ 'ਚ ਕੇਸ ਘੜੀਸ ਕੇ ਤੇ ਉਹਦੇ ਬਾਅਦ ਅਖੀਰ ਹੁਣ ਉਹਦੇ ਹੱਥ ਖੜੇ ਹੋ। ਪਰ ਜਾਣ ਵੇਲੇ ਉਹ ਇਹ ਲਿਖ ਗਈ ਇਹ ਸਰਕਾਰ ਨੇ ਮੈਨੂੰ ਮਾਰਿਆ। एरीना ਨੇ ਮਰਨ ਤੋਂ ਪਹਿਲਾਂ, ਖੁਦਕੁਸ਼ੀ ਤੋਂ ਪਹਿਲਾਂ ਲਿਖਿਆ ਬਲੇਮ ਦ ਰਸ਼ੀਅਨ ਫੈਡਰੇਸ਼ਨ ਫਾਰ ਮਾਈ ਡੈਥ। 5 ਵਰੇ ਉਹ ਲੜਦੀ ਰਹੀ। ਮਤਲਬ ਸਿਸਟਮ ਵੇਖੋ, ਕਾਰਪੋਰੇਟ ਜਿਹੜਾ ਸਿਸਟਮ ਪੂੰਜੀਪਤੀਆਂ ਦਾ ਤੇ ਉਹ ਨੱਪ ਲੈਂਦੇ ਆ, ਤੁਹਾਨੂੰ ਦੱਬ ਲੈਂਦੇ ਆ। ਪਰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੱਚ ਤੇ ਤੁਸੀਂ ਪਹਿਰਾ ਲਓ, ਦਮੋ। ਇਹੀ ਜ਼ਿੰਦਗੀ ਆ। ਇਹਨੂੰ ਹੀ ਤੁਸੀਂ ਸਤਿਕਾਰ ਨਾਲ ਜਿਹੜਾ ਚੜ੍ਹਦੀ ਕਲਾ ਨਾਲ ਜੂਝ ਸਕਦੇ। ਸਰ ਜਗਮੀਤ ਸਿੰਘ ਮੇਰੇ ਨਾਲ ਨੇ NDP ਦੇ ਲੀਡਰ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਰ ਜਗਮੀਤ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਅੱਜ ਫਿਰ ਲੋਕਲ ਆਏ ਹੋਏ ਹੋ ਕੰਸਟੀਚੁਐਂਸੀ ਚ ਕਿ ਆਟਵਾ ਤੋਂ ਬੈਠੇ ਹੋ? ਜੀ ਨਹੀਂ, ਮੈਂ ਅੱਜ ਐਸੇ ਵਕਤ ਬਰਨਬੀ ਦੇ ਵਿੱਚੋਂ ਲੰਘ ਰਿਹਾ ਤੇ ਸਟੋਰੀ ਵੱਲ ਜਾ ਰਿਹਾ ਜੀ। ਅੱਛਾ ਜੀ, ਅੱਛਾ। ਪਹਿਲੀ ਤਾਂ ਗੱਲ ਇਸ ਮੇਰੇ ਖਿਆਲ ਜਿਹੜੀ ਇਲੈਕਸ਼ਨ ਆਪਣੀ ਹੋ ਰਹੀ ਹੈ ਸੂਬੇ ਦੀ ਇਲੈਕਸ਼ਨ, ਉਸ ਦੀ ਕੈਂਪੇਨ ਤੇ ਆਏ ਹੋ ਤੇ ਇਸ ਇਲੈਕਸ਼ਨ ਬਾਰੇ ਕੀ ਕਹਿਣਾ ਚਾਹੁੰਦੇ? ਜੀ ਬੜਾ ਸਾਫ਼ ਦਿਸਦਾ ਕਿ ਸੂਬੇ ਦੇ ਵਿੱਚ ਪ੍ਰੀਮੀਅਰ ਹੋਰਗਨ ਨੇ ਬਹੁਤ ਵਧੀਆ ਤਰੀਕੇ ਨਾਲ COVID-19 ਦਾ ਸਾਹਮਣਾ ਕੀਤਾ। ਬਾਕੀ ਜੇ ਸੂਬਿਆਂ ਨਾਲ ਆਪਾਂ ਕੰਪੇਅਰ ਕਰੀਏ, ਜਿੱਥੇ ਕੰਜ਼ਰਵੇਟਿਵ ਸਰਕਾਰ ਹੈ ਆਂਟੇਰੀਓ ਦੇ ਵਿੱਚ, ਉਹਨਾਂ ਨੇ ਬਹੁਤ ਹੀ ਘਟੀਆ ਕੰਮ ਕੀਤਾ ਤੇ ਕੁਬੈਕ 'ਚ ਵੀ ਉੱਥੇ ਹਾਲਾਤ ਬੁਰਾ ਆ। ਤੇ ਸਭ ਤੋਂ ਵਧੀਆ ਸਾਫ਼ ਦਿਸਦਾ ਕਿ BCNDP ਨੇ ਇੱਥੇ ਕੰਮ ਕੀਤਾ ਵਧੀਆ ਤੇ ਉਹ ਇਸੇ ਤਰੀਕੇ ਨਾਲ ਲੋਕਾਂ ਦੇ ਵਾਸਤੇ ਕੰਮ ਕਰਦੇ ਰਹਿਣਗੇ। ਸੋ ਮੈਨੂੰ ਬਹੁਤ ਮਾਣ ਹੈ ਕਿ ਮੈਂ ਇੱਥੇ BCNDP ਦੀ ਸਪੋਰਟ ਤੇ ਆਇਆ, ਕਿਉਂਕਿ ਉਹਨਾਂ ਨੇ ਬਹੁਤ ਵਧੀਆ ਇਹ ਔਖਾ ਸਮਾਂ ਸੰਭਾਲਿਆ ਤੇ ਲੋਕਾਂ ਦੀ ਦੇਖਭਾਲ ਕੀਤੀ ਹੈ। ਅੱਛਾ, ਪੈਨੋਡੈਮਿਕਸ ਦੇ ਆਲੇ ਦੁਆਲੇ ਜੀ ਬਹੁਤ ਕੁਝ ਚੱਲ ਰਿਹਾ ਹੈ ਤੇ ਆਬਵੀਅਸਲੀ ਤੁਸੀਂ ਵੀ ਆਟਵਾ ਦਾ ਜਿਹੜਾ ਬਿਜ਼ਨਸ ਹੈ ਉੱਥੇ ਗੱਲਬਾਤ ਚੱਲ ਰਹੀ ਹੈ। ਉੱਥੇ ਦੀ ਗੱਲ ਸਰਕਾਰ ਦੀ ਜਿਹੜੀ ਹੁਣ ਮੈਂ ਤਾਂ ਤੁਹਾਨੂੰ ਤੁਹਾਡੀਆਂ ਡਿਊਟੀਜ਼ ਬਾਰੇ ਗੱਲ ਕਰਨੀ ਹੈ। ਤੁਸੀਂ ਬੀਇੰਗ NDP ਲੀਡਰ ਇੱਥੇ ਮਦਦ ਕਰਨ ਆਏ ਹੋ ਜੌਨ ਹੌਰਗਨ ਦੀ, ਉਹ ਠੀਕ ਹੈ। ਪਰ ਮੈਨੂੰ ਇੱਕ ਦੱਸਿਓ ਕਿ ਟਰੂਡੋ ਸਰਕਾਰ ਜਿਹੜਾ ਹੁਣ ਪੈਨੋਡੈਮਿਕਸ ਦੇ ਵਿੱਚ ਲੋਕਾਂ ਨੂੰ ਸਾਂਭ ਰਹੀ ਹੈ, ਸਰਵ ਖਤਮ ਹੋ ਗਿਆ, ਨੈਕਸਟ ਫੇਜ਼ ਦੇ ਵਿੱਚ ਜਿਹੜਾ ਕੁਝ ਇੰਪਲੀਮੈਂਟ ਹੋਇਆ ਉਹ ਠੀਕ ਹੈ? ਜੀ ਆਪਾਂ ਪਹਿਲਾਂ ਤਾਂ ਕਹਿਣਾ ਚਾਹੀਦਾ ਕਿ ਜੋ ਲਿਬਰਲ ਸਰਕਾਰ ਨੇ ਜਿਹੜਾ ਕਰਨਾ ਚਾਹੁੰਦੇ ਸੀਗੇ, ਉਹ ਲੋਕਾਂ ਦੀ ਜਿਹੜੀ ਮਦਦ ਨੂੰ $400 ਘਟਾਉਣਾ ਸੀ। ਜਿਹੜੇ ਪਰਿਵਾਰਾਂ ਨੂੰ 2000 ਮਿਲਦਾ ਸੀ, ਕਿਉਂਕਿ ਉਹ ਕੰਮ ਤੇ ਵਾਪਸ ਨਹੀਂ ਜਾ ਸਕਦੇ, ਉਹਨੂੰ ਬਿਨੇ ਮਤਲਬ ਤੋਂ $2000 ਨੂੰ ਘਟਾ ਕੇ 1600 ਕਰ ਰਹੇ ਸੀਗੇ। ਆਪਾਂ ਉਸ ਗੱਲ ਦੇ ਖਿਲਾਫ ਲੜ ਕੇ ਲੋਕਾਂ ਲਈ ਆਪਾਂ $2000 ਜਿੱਤਿਆ ਤੇ ਉਹ 2000 ਹੀ ਰਹੂਗਾ ਜਿਹੜੇ ਕੰਮ ਤੇ ਵਾਪਸ ਨਹੀਂ ਜਾ ਸਕਦੇ। ਨਾਲ ਦੇ ਨਾਲ ਆਪਾਂ ਜਿਹੜੇ ਕੋਈ ਬਿਮਾਰ ਹੁੰਦਾ COVID-19 ਵੇਲੇ, ਜਿਹਨੂੰ ਜ਼ੁਕਾਮ ਜਾਂ ਬੁਖਾਰ ਜਾਂ ਕੁਛ ਹੁੰਦਾ ਕਿ ਇਹਨੂੰ ਸ਼ੱਕ ਹੈ ਕਿ ਮੈਂ ਸ਼ਾਇਦ ਕੰਮ ਤੇ ਨਾ ਜਾਵਾਂ, ਪਰ ਉਹ 2 ਵਾਰੀ ਸੋਚਦੇ ਨੇ, ਕਿਉਂਕਿ ਜੇ ਕੰਮ ਤੇ ਨਹੀਂ ਜਾਂਦੇ ਫਿਰ ਉਹਨੂੰ ਕੋਈ ਤਨਖਾਹ ਨਹੀਂ ਮਿਲਣੀ
ਤੇ ਤਨਖਾਹ ਤੋਂ ਬਿਨਾਂ ਫਿਰ ਬੰਦਾ ਗੁਜ਼ਾਰਾ ਕਿੱਦਾਂ ਕਰ ਸਕਦਾ। ਸੋ ਆਪਾਂ ਪੇਡ ਸਿਕ ਲੀਵ ਜੋ ਦਵਾਇਆ, ਬੜੀ ਇਤਿਹਾਸਿਕ ਗੱਲ ਆ। ਪਹਿਲੀ ਵਾਰੀ ਕੈਨੇਡਾ ਦੇ ਇਤਿਹਾਸ ਦੇ ਵਿੱਚ ਕਿਸੇ ਨੂੰ ਫੈਡਰਲ ਲੈਵਲ ਤੋਂ ਇਹ ਪੇਡ ਸਿਕ ਲੀਵ ਮਿਲਿਆ, ਤੇ ਇਹ ਵੀ ਆਪਾਂ ਮਾਣ ਨਾਲ ਕਹਿ ਸਕਦੇ ਕਿ ਸਾਡੇ ਕਰਕੇ ਆਪਾਂ ਇਹ ਗੱਲ ਲੋਕਾਂ ਵਾਸਤੇ ਜਿਤਾਇਆ। ਸੋ ਬਹੁਤ ਸਾਰੇ ਜਿਹੜੇ ਸਹੂਲਤਾਂ ਲੋਕਾਂ ਨੂੰ ਮਿਲਿਆ, ਆਪਾਂ ਜੇ ਨਾ ਹੁੰਦੇ ਤਾਂ ਲੋਕਾਂ ਨੂੰ ਨਹੀਂ ਮਿਲਦਾ, ਤੇ ਸਾਡੇ ਹੋਣ ਕਰਕੇ, ਸਾਡੇ ਉੱਥੇ ਹੋਣ ਕਰਕੇ ਲੋਕਾਂ ਨੇ ਸਾਡੇ 'ਚ ਵਿਸ਼ਵਾਸ ਰੱਖਿਆ, ਤਾਂ ਹੀ ਫਿਰ ਆਪਾਂ ਲੋਕਾਂ ਵਾਸਤੇ ਕਾਫੀ ਕੁਝ ਜਿੱਤ ਸਕੇ। ਇੱਕ ਇਹਦੇ 'ਚ ਇੱਕ ਵਰਗ ਜਿਹੜਾ ਹੈ ਉਹ ਬੜਾ ਨਾਰਾਜ਼ ਹੈ, ਜਿਹਦੇ ਨਾਲ ਅਸੀਂ ਸਿੱਧੇ ਤੇ ਅਸਿੱਧੇ ਇਨਵੋਲਵ ਆ, ਉਹ ਹੈ ਟੈਕਸੀ ਤੇ ਟਰੱਕਿੰਗ ਇੰਡਸਟਰੀ। ਉਹ ਕਹਿੰਦੇ ਵੀ ਸਾਰਿਆਂ ਨੂੰ ਸਰਵ ਵੀ ਮਿਲ ਗਿਆ, 40,000 ਵੀ ਕਿਸੇ ਨੂੰ ਮਿਲ ਗਿਆ, ਕਿਸੇ ਦੀ 70% ਜਿਹੜੀ ਪੇਰੋਲ ਦੀ ਕਵਰ ਹੋ ਗਈ, ਅਸੀਂ ਰਹਿ ਗਏ। ਦੋਨੇ ਧਿਰਾਂ ਜਿਹੜੀਆਂ ਨੇ ਉਹ ਜਦ ਵੀ ਉਹਨਾਂ ਦਾ ਮੈਸੇਜ ਆਉਂਦਾ, ਕਹਿੰਦੇ ਵੀ ਜਦ ਵੀ ਲੀਡਰ ਤੁਹਾਡੇ ਜਗਮੀਤ ਸਿੰਘ ਨਾਲ ਗੱਲ ਹੋਵੇ ਵੀ ਉਹਨਾਂ ਨੂੰ ਜ਼ਰੂਰ ਤੁਸੀਂ ਇਹ ਗੱਲ ਪੁੱਛੋ ਵੀ ਸਾਡੇ ਲਈ ਕੀ ਕੀਤਾ। ਕੀ ਜਵਾਬ ਆ ਤੁਹਾਡਾ? ਜੀ ਗੱਲ ਵੀ ਬੜੀ ਗੰਭੀਰ ਹੈ। ਆਪਾਂ ਸ਼ੁਰੂ ਤੋਂ ਕਿਹਾ ਸੀ ਕਿ ਲਿਬਰਲ ਸਰਕਾਰ ਦੀ ਜਿਹੜੀ ਤਰੀਕਾ ਸੀਗਾ ਉਹ ਲੋਕਾਂ ਨੂੰ ਇਗਨੋਰ ਕਰਦੇ ਸੀ ਜਾਂ ਕਿ ਲੋਕਾਂ ਨੂੰ ਮਿਸ ਕਰਦੇ ਸੀਗੇ, ਤੇ ਆਪਾਂ ਲੜ ਕੇ ਲੋਕਾਂ ਨੂੰ ਇਨਕਲੂਡ ਕੀਤਾ। ਪਰ ਹੈ ਤਾਂ ਫਿਰ ਵੀ ਲਿਬਰਲ ਸਰਕਾਰ ਹੈ, ਤੇ ਉਹਨਾਂ ਦੀ ਪਲਾਨ ਦੇ ਵਿੱਚ ਇਹ ਨਿਖੇਧੀ ਸਹੀ ਹੈ ਕਿ ਕਈ ਗਰੁੱਪ ਨੂੰ ਮਿਸ ਕੀਤਾ ਗਿਆ ਸੀਗਾ। ਜਿੱਦਾਂ ਹੁਣ ਸਟੂਡੈਂਟਸ ਜਿਹੜੇ ਆ, ਬੱਚੇ ਯੂਨੀਵਰਸਿਟੀ ਪੜ੍ਹਦੇ ਨੇ ਆਪਣੇ, ਤੇ ਜਿਹੜੇ ਸਕੂਲ ਤੋਂ ਵਾਪਸ ਆ ਕੇ ਗਰਮੀਆਂ 'ਚ ਕੰਮ ਕਰਨਾ, ਪਹਿਲਾਂ ਉਹਨਾਂ ਲਈ ਵੀ ਕੁਝ ਬੰਦੋਬਸਤ ਹੈ ਨਹੀਂ ਸੀਗੀ। ਆਪਾਂ ਲੜ ਕੇ ਲੋਕਾਂ ਸਟੂਡੈਂਟਸ ਵਾਸਤੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਵਾਸਤੇ ਆਪਾਂ ਉਹ ਸਹੂਲਤ ਦਵਾਇਆ। ਸੋ ਇਸੇ ਤਰੀਕੇ ਨਾਲ ਲਿਬਰਲ ਸਰਕਾਰ ਨੇ ਕਈ ਬੰਦੇ ਨੂੰ ਮਿਸ ਕੀਤਾ, ਤੇ ਜਿਹੜੇ ਸਾਡੇ ਟੈਕਸੀ ਵੀਰਾਂ ਨੇ ਉਹ ਬਿਲਕੁਲ ਸਹੀ ਨੇ ਕਿ ਉਹਨਾਂ ਦੇ ਵਾਸਤੇ ਮਦਦ ਹੈ ਨਹੀਂ ਸੀਗੀ। ਇਸ ਕਰਕੇ ਆਪਾਂ ਸਾਡਾ ਕੰਮ ਮੁੱਕਿਆ ਨਹੀਂ। ਆਪਾਂ ਇਹ ਸਮਝਦੇ ਹਾਂ ਕਿ ਹੋਰ ਵੀ ਲੋਕ ਹੈਗੇ ਜਿਹਨੂੰ ਮਿਸ ਕੀਤਾ ਗਿਆ ਸੀਗਾ ਲਿਬਰਲ ਸਰਕਾਰ ਨੇ, ਤੇ ਉਹਨਾਂ ਲਈ ਆਪਾਂ ਨੁਮਾਇੰਦਗੀ ਕਰਾਂਗੇ। ਪੋਲੀਟੀਕਲ ਟੈਕਟਿਕਸ ਹੋ ਸਕਦੇ ਨੇ, ਆਪਣੀ ਰਣਨੀਤੀ ਹੋ ਸਕਦੀ ਹੈ। ਹਰ ਇਨਸਾਨ ਆਪਣੇ ਤੌਰ ਤੇ ਕੰਮ ਕਰਦਾ ਹੈ। ਤੁਸੀਂ ਅਲੱਗ ਕੰਮ ਤਰੀਕੇ ਨਾਲ ਕਰਦੇ ਹੋ, ਜੈਕ ਲਿਟਨ ਨੇ ਅਲੱਗ ਕੀਤਾ ਹੈ। ਰੈਕਸ ਮਰਫੀ ਨੇ ਬਹੁਤ ਗਰਮ ਲਿਖਿਆ ਤੁਹਾਡੇ ਲਈ ਵੀ ਤੁਹਾਨੂੰ ਕਿਤੇ ਡਿਪਟੀ ਪ੍ਰਾਈਮ ਮਿਨਿਸਟਰ ਸਿੰਘ ਨਾ ਕਹਿ ਦਈਏ ਵੀ ਤੁਸੀਂ ਬਹੁਤ ਜ਼ਿਆਦਾ ਲੀਨੀਅਟ ਹੋ ਗਏ ਟਰੂਡੋ ਦੇ ਨਾਲ, ਤੁਹਾਡੀ ਉਹਦੇ ਨਾਲ ਦੋਸਤੀ ਹੈ, ਵੀ ਤੁਸੀਂ ਵੀ ਜਿਹੜਾ ਸਕੈਂਡਲ ਹੋਇਆ ਉਹਦੇ ਤੇ ਵੀ ਕੰਮ ਨਹੀਂ ਵਾਲਾ ਕਰ ਰਹੇ। ਰੈਕਸ ਮਰਫੀ ਬਾਰੇ ਕੀ ਕਹਿੰਦੇ ਹੋ, ਜਿਹੜਾ ਉਹਨੇ ਨੋਟ ਲਿਖਿਆ ਨੈਸ਼ਨਲ ਪੋਸਟ ਦੇ ਵਿੱਚ ਐਡੀਟੋਰੀਅਲ? ਜੀ, ਇੱਕ ਪਾਸਿਓਂ ਆਪਾਂ ਮਾਣ ਮਹਿਸੂਸ ਕਰਦੇ ਹਾਂ ਕਿ ਆਪਾਂ ਲੜ ਕੇ ਲੋਕਾਂ ਵਾਸਤੇ ਕਾਫੀ ਸਹੂਲਤਾਂ ਦਵਾਈਆਂ, ਤੇ ਸਾਨੂੰ ਮਾਣ ਹੈ ਕਿ ਆਪਾਂ ਬਹੁਤ ਸਾਰੇ ਜਿੱਤ ਪ੍ਰਾਪਤ ਕੀਤੇ ਲੋਕਾਂ ਵਾਸਤੇ। ਜਿਹੜੀ $2,000 ਦੀ ਸਪੋਰਟ, ਜਿਹੜੀ ਸਟੂਡੈਂਟਸ ਦੀ ਸਪੋਰਟ, ਜਿਹੜੇ ਸੀਨੀਅਰਸ ਤੇ ਜਿਹੜੇ ਕੋਲ ਡਿਸੇਬਿਲਿਟੀਜ਼ ਹੈਗੇ ਨੇ, ਤੇ ਨਾਲੇ ਜਿਹੜੀ ਪੇਡ ਸਿਕ ਲੀਵ, ਬੜੀ ਇਤਿਹਾਸਿਕ ਜਿੱਤ ਹੈ ਲੋਕਾਂ ਲਈ, ਆਪਾਂ ਜਿੱਤਿਆ। ਪਰ ਨਾਲ ਦੇ ਨਾਲ ਆਪਾਂ ਇਹ ਵੀ ਕਹਿੰਦੇ ਆ ਵਾਪਸ ਸਖਤ ਨਿਖੇਧੀ ਕੀਤਾ ਤੇ ਕਰਦੇ ਰਵਾਂਗੇ। ਜੋ ਵੀ ਸਕੈਂਡਲ ਦੇ ਵਿੱਚ ਆਪਣੇ ਐਮਪੀਜ਼ ਚਾਰਲੀ ਐਂਗਸ, ਖੁਦ ਦਾਸ, ਮੈਂ ਆਪ ਬਹੁਤ ਨਿਖੇਧੀ ਕੀਤੀ ਆ, ਸਵਾਲ ਵੀ ਪੁੱਛੇ, ਤੇ ਆਪਾਂ ਕਮੇਟੀ ਦੇ ਵਿੱਚ ਹੋਰ ਵੀ ਕੰਮ ਕਰਾਂਗੇ। ਹੁਣ ਕੰਜ਼ਰਵੇਟਿਵ ਦਾ ਮੋਸ਼ਨ ਉਹ ਚਾਹੁੰਦੇ ਸੀਗੇ ਕਿ ਕੋਈ ਵੀ ਬੰਦਾ, ਸਾਰੇ ਬੰਦੇ ਨੂੰ ਬੁਲਾਉਣਾ ਜਿਹੜੇ ਕੋਈ ਇਨਵੋਲਵ ਵੀ ਨਹੀਂ ਰਿਹਾ, ਤੇ ਉਹ ਆਪਾਂ ਕੋਈ ਚੰਗੀ ਗੱਲ ਨਹੀਂ ਸਮਝਦੇ। ਜਿਹੜਾ ਇਨਵੋਲਵ ਵੀ ਨਹੀਂ ਰਿਹਾ ਵੀ ਸਕੈਂਡਲ ਵਿੱਚ, ਉਹਨੂੰ ਬੁਲਾਉਣ ਦੀ ਕੋਈ ਲੋੜ ਨਹੀਂ। ਪਰ ਆਪਾਂ ਜ਼ਰੂਰ ਇੱਕ ਮਤਾ ਪਾਇਆ ਜਿਹਦੇ 'ਚ ਆਪਾਂ ਦੇਖਾਂਗੇ ਰਿਜ਼ਲਟ, ਕਿ ਆਪਾਂ ਜਿਹੜੀ ਮੰਤਰੀਆਂ ਨੇ ਇੱਕ ਬਿਆਨ ਦਿੱਤਾ ਤੇ ਸਾਨੂੰ ਕੋਲ ਸਬੂਤ ਆਇਆ ਜੋ ਉਸ ਬਿਆਨ ਦੇ ਬਿਲਕੁਲ ਅਲੱਗ ਗੱਲ ਹੋਈ ਹੈ। ਉਹ ਸਾਰੀਆਂ ਗੱਲਾਂ ਦੇ ਆਪਾਂ ਸਵਾਲ ਜਵਾਬ ਪੁੱਛਾਂਗੇ, ਤੇ ਆਪਾਂ ਜਿਹੜਾ ਸਕੈਂਡਲ ਆ ਉਹਦੇ ਹੋਰ ਖੋਜ ਕਰਾਂਗੇ, ਕਰਨਾ ਚਾਹੀਦਾ ਵੀ ਆ। ਤੇ ਆਪਾਂ ਚਾਹੁੰਦੇ ਹਾਂ ਕਿ ਛੇਤੀ ਇਹਦੀ ਜਿਹੜੀ ਰਿਜ਼ਲਟ ਲੋਕਾਂ ਤੱਕ ਪਹੁੰਚਾਈਏ। ਪਰ ਆਪਾਂ ਨਿਖੇਧੀ ਕਰਦੇ ਰਵਾਂਗੇ ਜਿੱਥੇ ਜਾਇਜ਼ ਬਣਦੀ ਹੈ, ਜਿੱਥੇ ਆਪਾਂ ਲੋਕਾਂ ਵਾਸਤੇ ਕੁਝ ਜਿੱਤ ਸਕਦੇ ਹਾਂ, ਆਪਾਂ ਲੋਕਾਂ ਵਾਸਤੇ ਕਰਾਂਗੇ। ਪੋਲੀਟਿਕਸ ਜਿਹੜਾ ਹਰ ਇੱਕ ਦੇ ਵੱਸ ਦੀ ਗੱਲ ਹੋਵੇ ਜਾਂ ਨਾ ਹੋਵੇ, ਪਰ ਪੋਲੀਟੀਸ਼ੀਅਨ ਆਪਣੇ ਹਿਸਾਬ ਨਾਲ ਪੋਲੀਟਿਕਸ ਕਰਦਾ ਹੈ। ਜੇ ਮੈਂ ਵੇਖਾਂ ਕੰਜ਼ਰਵੇਟਿਵ ਈਰਾ ਦਾ, ਉਸ ਸਮੇਂ ਇੱਕ ਜੇਸਨ ਕੈਨੀ ਵਰਗਾ ਲੋਕ ਕਹਿੰਦੇ ਵੀ ਇਹ ਜਿਹਾ ਬੰਦਾ ਨਹੀਂ ਕੋਈ ਹੋ ਸਕਦਾ, ਦੇਖੋ ਆਹ ਕਰਤਾ। ਜੇਸਨ ਕੈਨੀ ਦੇ ਥੱਲੇ ਅਲਬਰਟਾ ਦੇ ਵਿੱਚ 10-10 ਹਜ਼ਾਰ ਬੰਦੇ ਲੇ ਆਫ ਹੋ ਰਹੇ ਨੇ। ਤੁਸੀਂ ਕਿਸ ਤਰ੍ਹਾਂ ਲੈਂਦੇ ਹੋ? ਕੀ ਪਾਲਿਸੀਜ਼ ਬੰਦੇ ਰਾਜਨੀਤੀ ਨੂੰ ਫੇਲ ਕਰ ਲੈਂਦੀ ਨੇ, ਜਾਂ ਸੂਬੇ ਦੀ ਸਿਚੁਏਸ਼ਨ ਆ ਜਿਹੜੀ, ਜਾਂ ਦੇਸ਼ ਦੀ ਸਿਚੁਏਸ਼ਨ ਆ ਜਿਹੜੀ ਉਹ ਰਾਜਨੀਤਿਕ ਨੂੰ ਫੇਲ ਕਰ ਦਿੰਦੀ ਆ? ਕਈ ਵਾਰੀ ਜਿਹੜੀ ਸਿਚੁਏਸ਼ਨਸ ਔਖੇ ਹੁੰਦੇ ਨੇ ਉਹ ਮੈਂ ਮੰਨਦਾ, ਪਰ ਜਿਹੜੇ ਹੁਣ ਜੇਸਨ ਕੈਨੇਡੀ ਬਹੁਤ ਵਧੀਆ ਐਗਜ਼ਾਮਪਲ ਆ ਕਿ ਉਹਨਾਂ ਦੀ ਪਾਲਿਸੀਜ਼ ਇੰਨੇ ਘਟੀਆ ਨੇ ਕਿ ਪੈਂਡੈਮਿਕ ਵੇਲੇ ਉਹ ਨਰਸਿਸ ਨੂੰ ਲੇ ਆਫ ਕਰ ਰਿਹਾ,
ਹੁਣ ਦੇਖੋ ਹੁਣ ਤਾਂ ਸਾਨੂੰ ਸਿਹਤ ਸੇਵਾਵਾਂ ਦੀ ਲੋੜ ਹੈ। ਕੋਈ ਵੀ ਬੰਦੇ ਨੂੰ ਪੁੱਛੋ ਸਿਹਤ ਸੇਵਾਵਾਂ ਆਪਾਂ ਹੁਣ ਅੱਜ ਕੱਲ ਪੈਂਡੈਮਿਕ ਵੇਲੇ ਉੱਥੇ ਆਪਾਂ ਕਟੌਤੀ ਲੈ ਕੇ ਆਏ, ਉਹ ਸਾਰੇ ਕਹਿਣਗੇ ਨਹੀਂ ਇਹ ਤਾਂ ਗੱਲ ਨਹੀਂ ਬਣਦੀ। ਸੋ ਉਹਨਾਂ ਦੀ ਜਿਹੜੀ ਪ੍ਰਾਇੋਰਟੀਜ਼ ਗਲਤ ਹੈ। ਉਹਨਾਂ ਨੇ ਕੀ ਕੀਤਾ, ਉਹਨੇ ਬੜੇ ਵੱਡੇ ਵਾਅਦੇ ਕੀਤੇ ਕਿ ਉਹ ਮੈਂ ਤੇਲ ਦਾ ਇਹ ਕਰੂੰਗਾ, ਮੈਂ ਇਕਨੋਮੀ ਦਾ ਆ ਕਰੂੰਗਾ, ਤਾਂ ਕੀਤਾ ਕੁਛ ਨਹੀਂ। ਉਹਨਾਂ ਨੇ ਬਹੁਤ ਵੱਡੇ ਟੈਕਸ ਬ੍ਰੇਕ ਦਿੱਤੇ ਅਮੀਰਾਂ ਵਾਸਤੇ ਤੇ ਆਮ ਲੋਕਾਂ ਦੀ ਸਹੂਲਤਾਂ ਸਿਹਤ ਸੇਵਾਵਾਂ ਘਟਾਏ। ਸੋ ਇਹ ਇੱਕ ਬੜਾ ਸਾਫ਼ ਦਿਸਦਾ ਰਾਜਨੀਤਿਕ ਪਾਲਿਸੀਜ਼ ਅਸੂਲ ਕਿ ਕੰਜ਼ਰਵੇਟਿਵ ਲੋਕ ਕੀ ਕਰਨਾ ਚਾਹੁੰਦੇ ਕਿ ਅਮੀਰਾਂ ਵਾਸਤੇ ਬੈਨੀਫਿਟਸ ਤੇ ਆਮ ਲੋਕਾਂ ਨੂੰ ਨੁਕਸਾਨ। ਤੇ ਕੇਸੀ ਕੈਨੇਡੀ ਦੀ ਪਾਲਿਸੀ ਸਾਫ਼ ਦਿਸਦਾ ਆ ਕਿ ਨੁਕਸਾਨ ਕਿਹਨੂੰ ਹੋਇਆ, ਆਮ ਬੰਦਿਆਂ ਨੂੰ, ਤੇ ਫਾਇਦਾ ਕਿਹਨੂੰ ਹੋਇਆ, ਸਭ ਤੋਂ ਜ਼ਿਆਦਾ ਜਿਹੜੇ ਵੱਡੇ ਵੱਡੇ ਅਮੀਰਾਂ ਨੂੰ, ਤੇ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਪੈਰਾਡਾਇਮਿਕਸ ਦੇ ਵਿੱਚ ਉਸਨੇ ਲੇ ਆਫ ਕਰ ਦਿੱਤੇ ਨਰਸਿਸ, ਜਿਸ ਨੂੰ ਕਹਿੰਦੀ ਮਾੜੀ ਲੱਗਦੀ ਹੈ ਗੱਲ, ਪਰ ਪ੍ਰੀਮੀਅਰ ਹਾਰਗਨ ਨੇ ਪੈਰਾਡਾਇਮਿਕਸ ਦੇ ਵਿੱਚ ਇਲੈਕਸ਼ਨ ਕਾਲ ਕਰਤੀ 10 ਮਹੀਨੇ ਪਹਿਲਾਂ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? 3.5 ਸਾਲ ਲੰਘਿਆ ਤੇ ਐਂਡ ਆਫ ਦ ਡੇ ਜਿਹੜੀ ਲੀਡਰ ਸੀ ਜਿਹਦੇ ਨਾਲ ਸਮਝੌਤਾ ਹੋਇਆ, ਉਹ ਲੀਡਰ ਉਹਨੇ ਅਸਤੀਫਾ ਦਿੱਤਾ। ਸੋ ਜਿਹੜੀ ਹੁਣ ਪੈਂਡੈਮਿਕ ਦੇ ਵਿੱਚ ਡਿਸੀਜਨਸ ਲੈਣੇ, ਜਿਸ ਲੀਡਰ ਨਾਲ ਸਮਝੌਤਾ ਹੋਇਆ ਉਹਨਾਂ ਨੇ ਅਸਤੀਫਾ ਦਿੱਤਾ, ਤਾਂ ਗੱਲ ਬਣਦੀ ਸੀ ਕਿ ਥੋੜੀ ਜਿਹੀ ਸਟੇਬਿਲਿਟੀ ਵਾਸਤੇ ਪਤਾ ਕਰਨ ਵਾਸਤੇ ਕਿ ਉਹ ਫੈਸਲਾ ਲੈ ਸਕਦਾ ਕਿ ਨਹੀਂ, ਕਿ ਲੋਕਾਂ ਤੋਂ ਪੁੱਛਣਾ ਕਿ ਤੁਸੀਂ ਸਾਨੂੰ ਦੱਸੋ ਕਿ ਆਪਾਂ ਇਹੋ ਜਿਹੇ ਫੈਸਲੇ ਲੈ ਸਕਦੇ, ਤੁਸੀਂ ਸਾਡੇ ਨਾਲ ਸਹਿਮਤ ਹੋ, ਤੁਸੀਂ ਇਸ ਡਾਇਰੈਕਸ਼ਨ ਨਾਲ ਸਹਿਮਤ ਹੋ। ਮੈਂ ਕਹਿੰਦਾ ਗੱਲ ਬਣਦੀ ਆ ਤੇ ਸੇਫ ਤਰੀਕੇ ਨਾਲ ਕੀਤਾ ਤੇ ਪੀਸੀ ਨੇ ਦਿਖਾਇਆ ਵੀ ਹੈਗਾ ਸਬੂਤ ਤੌਰ ਤੇ ਕਿ ਸਭ ਤੋਂ ਅੱਛੀ ਰਿਸਪਾਂਸ ਤੇ ਸਭ ਤੋਂ ਵਧੀਆ ਤਰੀਕੇ ਨਾਲ COVID-19 ਦੇ ਨੰਬਰਸ ਨੂੰ ਥੱਲੇ ਰੱਖਣ ਲਈ ਪੀਸੀ ਸਭ ਤੋਂ ਕਾਮਯਾਬ ਰਿਹਾ ਤੇ ਇਸ NDP ਤੇ ਪ੍ਰੀਮੀਅਰ ਹੋਰਗਨ ਦੀ ਸਿਫਤ ਹੈ। ਸੋ ਹੋਰ ਸੂਬੇ ਦੇ ਵਿੱਚ ਤੁਸੀਂ ਕਿਉਂਕਿ ਬਹੁਤ ਨੇੜੇ ਹੋ, ਪਾਰਟੀ ਦੇ ਤੁਸੀਂ ਲੀਡਰ ਹੋ ਤੇ ਤੁਹਾਡੀ ਕੰਸਟੀਚੁਐਂਸੀ ਇਸ ਸੂਬੇ ਦੇ ਵਿੱਚ ਹੈ, ਹੋਰ ਕਿਹੜੇ ਕਿਹੜੇ ਇਸ਼ੂ ਨੇ ਜਿਹਦੇ ਤੇ ਬ੍ਰਿਟਿਸ਼ ਕੋਲੰਬੀਅਨ ਨੂੰ ਖਿਆਲ ਰੱਖਣ ਦੀ ਲੋੜ ਵੋਟਾਂ ਵੇਲੇ? ਜੀ ਹੁਣ ਆਪਾਂ ਪਹਿਲਾਂ ਤਾਂ ਇਹ ਜਿਹੜੀ ਹੁਣ ਸੈਕੰਡ ਵੇਵ ਚੱਲ ਰਿਹਾ, ਆਪਾਂ ਇਸ ਗੱਲ ਤੋਂ ਫਿਕਰ ਕਰ ਰਹੇ ਹਾਂ। ਸਾਨੂੰ ਪਰੇਸ਼ਾਨੀ ਹੈ ਕਿ ਸੈਕੰਡ ਵੇਵ ਜੋ BC ਦੇ ਵਿੱਚ ਹਲੇ ਇੰਨਾ ਵੀ ਨਹੀਂ ਮਹਿਸੂਸ ਹੋਇਆ, ਪਰ ਜਿਹੜਾ ਆਂਟੇਰੀਓ ਤੇ ਕੁਬੈਕ ਦੇ ਵਿੱਚ ਬਹੁਤ ਕਲੀਅਰਲੀ ਦਿਸ ਰਿਹਾ। ਸੋ ਸੈਕੰਡ ਵੇਵ ਤੋਂ ਬਚਣਾ, ਸਿਹਤ ਸੇਵਾਵਾਂ ਦੇ ਵਿੱਚ ਆਪਾਂ ਇਨਵੈਸਟਮੈਂਟ ਕਰੀਏ। ਸਾਡੇ ਬਜ਼ੁਰਗ ਜਿਹੜੇ ਲੌਂਗ ਟਰਮ ਕੇਅਰ ਹੋਮ ਦੇ ਵਿੱਚ ਨੇ, ਉਹਨਾਂ ਲਈ ਸਹੂਲਤਾਂ ਹੋਣੀਆਂ ਚਾਹੀਦੀਆਂ। ਸੋ ਇਨ ਜਨਰਲ ਸਿਹਤ ਸੇਵਾਵਾਂ ਤੇ ਲੋਕ ਬੜਾ ਫਿਕਰ ਕਰ ਰਹੇ ਨੇ ਕਿ ਸਾਡਾ ਹੈਲਥ ਕੇਅਰ ਕਾਮਯਾਬ ਰਹੇ, ਤੇ ਤਕੜਾ ਰਹੇ, ਮਜ਼ਬੂਤ ਰਹੇ। ਤੇ ਰਿਕਵਰੀ ਫਿਰ ਆਪਾਂ ਸੋਚਦੇ ਹਾਂ ਜਦੋਂ ਆਪਾਂ ਕੋਵਿਡ ਚੋਂ ਲੰਘਾਂਗੇ ਤਾਂ ਜਿਹੜਾ ਰਿਕਵਰੀ ਇਹੋ ਜਿਹਾ ਹੋਵੇ ਜਿੱਥੇ ਲੋਕਾਂ ਨੂੰ ਫਾਇਦਾ ਹੋਵੇ, ਕਿ ਆਪਾਂ ਇਨਵੈਸਟਮੈਂਟ ਇਹੋ ਜਿਹੀ ਕਰੀਏ ਜਿੱਥੇ ਆਪਾਂ ਜੌਬਸ ਕ੍ਰੀਏਟ ਕਰ ਸਕਦੇ ਕਮਿਊਨਿਟੀ ਦੇ ਵਿੱਚ, ਆਪਣੇ ਸ਼ਹਿਰਾਂ ਦੇ ਵਿੱਚ, ਆਪਣੇ ਜਿੱਥੇ ਲੋਕ ਰਹਿੰਦੇ ਨੇ ਉੱਥੇ ਕੀ ਜੌਬਸ ਕ੍ਰੀਏਟ ਹੋਣ, ਤੇ ਆਪਾਂ ਇਹੋ ਜਿਹੀ ਇਨਵੈਸਟਮੈਂਟ ਕਰੀਏ ਜਿੱਥੇ ਲੋਕਾਂ ਦੀ ਜ਼ਿੰਦਗੀ ਹੋਰ ਚੰਗਾ ਹੋਵੇ। ਸੋ ਇਨਫਰਾਸਟ੍ਰਕਚਰ, ਸਕਾਈ ਟ੍ਰੇਨ, ਪਬਲਿਕ ਟ੍ਰਾਂਜ਼ਿਟ, ਅਫੋਰਡੇਬਲ ਹਾਊਸਿੰਗ, ਇਹੋ ਜਿਹੀਆਂ ਗੱਲਾਂ ਜਿਹਦੇ 'ਚ ਆਪਾਂ ਇਨਵੈਸਟ ਕਰਕੇ ਇਹ COVID-19 ਦਾ ਪੈਂਡੈਮਿਕ ਦੇ ਵਿੱਚੋਂ ਰਿਕਵਰ ਕਰਨ ਵਾਸਤੇ ਤੇ ਹੋਰ ਸੋਹਣਾ ਸੂਬਾ ਤੇ ਹੋਰ ਸੋਹਣਾ ਦੇਸ਼ ਬਣਾਉਣ ਵਾਸਤੇ ਉੱਥੇ ਸਾਨੂੰ ਧਿਆਨ ਦੇਣਾ ਚਾਹੀਦਾ। ਇੱਕ ਮਿੰਟ ਹੋਲਡ ਕਰਿਓ ਜੀ, ਮੇਰੇ ਕੋਲ 2 ਕਾਲਰ ਨੇ, ਸਵਾਲ ਤੁਹਾਨੂੰ ਕੋਈ ਪੁੱਛਣਾ ਚਾਹੁੰਦੇ ਨੇ। ਸਲਾਮੀ ਹਰਜੀਤ ਕੌਰ ਜੀ, ਲਾਈਨ ਨੰਬਰ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਜਗਮੀਤ ਸਿੰਘ ਜੀ, ਮੇਰਾ ਕੁਐਸਚਨ ਇਹ ਸੀਗਾ ਕਿ ਮੈਂ ਐਬਸਪੋਰਟ ਰਹਿੰਦੀ ਆ, ਸਾਡਾ 15 ਖੇਤਾਂ ਦਾ ਜਿੱਦਾਂ ਸਾਡੇ ਕੋਲ ਏਕੜ ਦਾ ਫਾਰਮ ਆ ਤੇ ਅਸੀਂ ਘਰ ਪਾਉਣਾ ਮੰਗਦੇ ਸੀਗੇ, ਤੇ ਤੁਹਾਡੀ ਸਰਕਾਰ ਤੇ ਨਾਲ ਗ੍ਰੀਨ ਪਾਰਟੀ ਸਰਕਾਰ ਨੇ ਇੱਕ ਕਾਨੂੰਨ ਫਰਵਰੀ 19 ਦਾ ਬਣਾਇਆ ਹੈ ਕਿ ਪਹਿਲਾਂ ਇਸ ਘਰ ਨੂੰ ਢਾਓ ਤੇ ਫਿਰ ਤੁਸੀਂ ਹੋਰ ਘਰ ਬਣਾਓ। ਦੇਖੋ ਤੁਸੀਂ ਆਪ ਥਿੰਕ ਅਬਾਊਟ ਕਰਿਓ ਕਿ ਮੈਂ ਹੁਣ ਮੂਵ ਹੋ ਰਹੀ ਆ ਤੇ ਮੈਂ ਉੱਥੇ $3000 ਰੈਂਟ ਦੇਣਾ ਆ ਘਰ ਦਾ, ਤੇ ਨਾਲੇ ਮੈਂ ਮੂਵਰਾਂ ਨੂੰ ਸਮਾਨ ਦੇਣਾ। ਸਾਵੇਂ ਮੈਂ ਇਸ ਘਰ ਦੇ ਵਿੱਚ ਬੈਠੀ ਸੀਗੀ ਤੇ ਮੈਂ ਕਿਹਾ ਸੀ ਸਿਟੀ ਨੂੰ ਵੀ, ਸਿਟੀ ਕਹਿੰਦੀ ਸਾਡੀ ਕੋਈ ਕਸੂਰ ਨਹੀਂ, ALR ਤੇ ALC ਤੇ ਤੁਹਾਡੀਆਂ ਪਾਰਟੀਆਂ ਰਲ ਕੇ ਕਾਨੂੰਨ ਬਣਾਇਆ ਆ ਕਿ ਮੂਵ ਹੋਵੋ। ਇੱਥੇ ਮੈਂ ਹੁਣ ਘਰ ਦੇਖੋ ਸਾਵੇਂ ਵਿੱਚ ਰਹਿਣਾ ਸੀ, ਸਾਵੇਂ ਹੁਣ ਅਸੀਂ ਬਾਹਰ ਰੈਂਟ ਤੇ ਰਹਿ ਰਹੇ ਹਾਂ। $30-40,000 ਜੀ ਮੈਂ ਦੱਸਦਾ ਤੁਹਾਡਾ ਮੈਂ ਕੁਐਸਚਨ ਉਹਨੂੰ ਦੱਸਦਾ, ਉਹਨੂੰ ਸਮਝ ਨਹੀਂ ਆਉਣੀ, ਸਮਝ ਹੈਗੀ ਜੀ, ਤੁਸੀਂ ਪਲੀਜ਼ ਹੋਲਡ ਕਰਿਓ। ਸਾਹਿਬ ਮਕੰਦ ਸਿੰਘ ਜੀ, ਮੈਂ ਜਗਮੀਤ ਸਿੰਘ ਜੀ ਹੁਣੇ ਦੱਸਦਾ ਭੈਣ ਜੀ ਦਾ ਸਵਾਲ। ਮਕੰਦ ਸਿੰਘ ਜੀ, ਤੁਹਾਡਾ ਕੀ ਸਵਾਲ ਹੈ? ਗਿਲ ਸਾਹਿਬ, ਤੁਹਾਨੂੰ ਤੇ ਜਗਮੀਤ ਸਿੰਘ ਨੂੰ ਬਹੁਤ ਹੀ ਸਤਿਕਾਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਮੇਰੀ ਇੱਕੋ ਰਿਕੁਐਸਟ ਇਹਨਾਂ ਨੂੰ, ਮੈਂ ਕਹਿੰਦਾ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ, ਕਿਉਂਕਿ ਸਰਕਾਰ ਉੱਥੇ ਜੇ ਇੱਥੇ ਅਸੀਂ ਕਹਿੰਦੇ ਵੀ ਵੋਟਾਂ ਨਹੀਂ ਪੜੀਆਂ ਚਾਹੀਦੀਆਂ, ਇਹਨਾਂ ਨੇ ਸਰਕਾਰ ਨੂੰ ਬਚਾਇਆ ਵੀ ਹੈ ਤੇ ਇਹਨਾਂ ਦੀ ਸਰਕਾਰ ਤੋਂ ਆਪਣੀਆਂ ਮੰਗਾਂ ਵੀ ਮਨਾ ਰਹੇ ਆ। ਮੈਂ ਇਹਨਾਂ ਤੁਹਾਡੇ ਰਾਹੀਂ ਇੱਕ ਇਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਹੈ ਕਿ ਜੇ ਇਮੀਗ੍ਰੇਸ਼ਨ ਦਾ ਲਾਟਰੀ ਰਾਹੀਂ ਕੱਢਦੇ ਆ, ਕਿ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨਗੇ ਕਿ ਜਿਹੜਾ ਉਹਦਾ ਜਿਹੜੇ ਸਾਡੀਆਂ ਦਰਖਾਸਤਾਂ ਹੈ ਫੈਮਿਲੀ ਵਾਸਤੇ ਉਹਦੇ ਵਿੱਚ ਨੰਬਰ ਲਿਖਿਆ ਕਰਦੇ, ਨੰਬਰ ਵਾਈ ਕੱਢਿਆ ਕਰਨ ਤਾਂ ਕਿ ਘਪਲਾ ਨਾ ਹੋਵੇ ਕੋਈ। ਮੈਂ ਇਹਨਾਂ ਹੀ ਕਹਿਣਾ ਸੀ। ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਸਵਾਲ ਜਗਮੀਤ ਸਿੰਘ ਜੀ ਭੈਣ ਜੀ ਦਾ ਇਹ ਸੀ, ਹਰਜੀਤ ਕੌਰ ਉਹਨਾਂ ਦਾ, ਜਿਹੜਾ ਉਹ ਘਰ ਆਪਣੇ ਫਾਰਮ 'ਚ ਬਣਾਉਣਾ ਚਾਹੁੰਦੇ ਨੇ, ਜਿਹੜਾ ਉਹਨਾਂ ਦਾ ਪਹਿਲਾ ਘਰ ਆ ਮਿਊਨਿਸਪੈਲਿਟੀ ਐਬਸਫੋਰਡ ਦੀ, ਉਹਨਾਂ ਨੂੰ ਕਹਿੰਦੀ ਆ ਵੀ ਇਹਨੂੰ ਘਰ ਨੂੰ ਢਾਓ ਤਾਂ ਦੂਜੇ ਘਰ ਦਾ ਤੁਹਾਨੂੰ ਬਿਲਡਿੰਗ ਪਰਮਿਟ ਮਿਲੇਗਾ। ਉਹਨਾਂ ਦਾ ਤਰਕ ਇਹ ਸੀ ਵੀ ਮੈਂ ਇਹ ਪੁਰਾਣੇ ਘਰ ਦੇ ਵਿੱਚ ਰਹਿ ਕੇ ਹੀ ਦੂਜਾ ਘਰ ਬਣਾਉਣਾ ਚਾਹੁੰਦੀ ਆ। ਉਹਦੇ ਬਾਰੇ ਉਹਦਾ ਦਾ ਸਵਾਲ ਸੀ ਤੁਹਾਨੂੰ। ਉਹ ਹਰ ਪਿਛਲੇ 10 ਦਿਨਾਂ ਤੇ 15 ਦਿਨਾਂ ਦੇ ਉਹ ਹਰ ਇੱਕ ਰਾਜਨੀਤਿਕ ਨੂੰ ਇਹ ਸਵਾਲ ਕਰ ਰਹੇ ਨੇ ਵੀ ਮੈਨੂੰ ਘਰ ਮੇਰਾ ਵਿੱਚ ਰਹਿ ਕੇ, ਪੁਰਾਣਾ ਹੈਰੀਟੇਜ ਮੇਰਾ ਹੋਮ ਸੀ ਉਹਦੇ ਵਿੱਚ ਰਹਿ ਕੇ ਮੈਂ ਦੂਜਾ ਘਰ ਕਿਉਂ ਨਹੀਂ ਬਣਾ ਸਕਦੀ। ਮੈਂ ਫੋਨ ਸਾਈਨ ਕਰ ਦਿੰਦੀ ਆ, ਮੈਂ $1,00,000 ਜਮ੍ਹਾਂ ਕਰਾ ਦਿੰਦੀ ਆ। ਮੈਂ ਜਿਹੜਾ ਮਤਲਬ ਇੱਕ ਬਾਈ ਲਾਅ ਹੈ ਸ਼ਹਿਰ ਦਾ ਐਬਸਫੋਰਡ ਦਾ, ਉਹ ਇਸ਼ੂ ਹੈ। ਠੀਕ ਹੈ ਜੀ, ਠੀਕ ਹੈ ਜੀ। ਉਹ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਸਹੀ ਹੈ ਕਿ ਇਹੋ ਜਿਹੀ ਜਿਹੜੀ ਜ਼ੋਨਿੰਗ ਦੀ ਗੱਲਾਂ ਜਾਂ ਬਾਇਲਾ ਦੀ ਗੱਲਾਂ ਇਹ ਜ਼ਿਆਦਾਤਰ ਮਿਊਨਿਸਪਲ ਸ਼ਹਿਰ ਦੇ ਹੁੰਦੇ ਨੇ ਕਿ ਉਹਨਾਂ ਦੀ ਆਪਣੀ ਕਾਨੂੰਨ ਹੁੰਦੇ ਨੇ ਤੇ ਉਹਦੇ 'ਚ ਫੈਡਰਲ ਖੇਤਰ ਤੋਂ ਤੇ ਬੜਾ ਸੂਬੇ ਖੇਤਰ ਤੋਂ ਜ਼ਿਆਦਾ ਇਨਵੋਲਵਮੈਂਟ ਨਹੀਂ ਹੁੰਦਾ। ਉਹ ਜ਼ਿਆਦਾ ਸ਼ਹਿਰ ਦਾ ਮਾਮਲਾ ਹੁੰਦਾ ਤੇ ਸ਼ਹਿਰ ਦੇ ਵਿੱਚ ਉਹ ਫੈਸਲਾ ਲੈਂਦੇ ਨੇ ਜੀ। ਤੇ ਦੂਸਰੀ ਜਿਹੜੀ ਮਕੰਦ ਸਿੰਘ ਉਹਨਾਂ ਦੀ, ਜਿਹਦੇ ਤੇ ਜਿਸ ਦਿਨ ਲਾਟਰੀ ਸਿਸਟਮ ਆਨਲਾਈਨ ਖੁੱਲਿਆ ਜੀ, ਆਨਲਾਈਨ ਤੋਂ ਖੁੱਲ ਕੇ 3 ਹਫ਼ਤਿਆਂ ਦੇ ਵਿੱਚ ਅਪਲਾਈ ਕਰਨਾ, ਕਿੰਨਿਆਂ ਨੇ ਅਪਲਾਈ ਕਰ ਦਿੱਤਾ, ਉਹਦੇ ਚੋਂ 10,000 ਕਿਹੜਾ ਲੱਕੀ ਹੋਏਗਾ, ਉਹਦੇ ਤੇ ਬਹੁਤ ਲੋਕਾਂ ਦੇ ਕੰਸਰਨ ਨੇ ਕਿਉਂਕਿ 3-3 4-4 ਸਾਲਾਂ ਦੀ ਇਨਕਮ ਬਣਾਉਣੀ, ਲੱਕ ਟੁੱਟ ਜਾਂਦਾ। ਲੋਕਾਂ ਨੇ ਜੈਸਨ ਕੈਨੀ ਨੇ ਜਿਉਂ ਸੁਪਰ ਵੀਜ਼ਾ ਇੰਟਰੋਡਿਊਸ ਕੀਤਾ, ਫੈਮਿਲੀ ਰੀਯੂਨੀਫਿਕੇਸ਼ਨ ਟਾਰਨਿਸ਼ ਹੋ ਗਿਆ ਸਿਸਟਮ। ਪਹਿਲਾਂ ਜਿਹੜਾ ਕੰਸਰਵੇਟਿਵ ਤੋਂ ਪਹਿਲਾਂ ਕ੍ਰੈਚਨ ਦੇ ਸਮੇਂ, ਪਾਲ ਮਾਰਟਨ ਦੇ ਸਮੇਂ ਬੈਕਲੌਗ ਸੀ, ਲਿਬਰਲਸ ਉਸ ਦੀ ਰਾਜਨੀਤੀ ਕਰਦੇ ਰਹੇ, ਅਸੀਂ ਲਿਆਵਾਂਗੇ ਲੋਕ 6-6 ਸਟਾਰ ਐਪਲੀਕੇਸ਼ਨ ਦੇ ਕੇ ਦਿੰਦੇ ਰਹੇ। ਹੁਣ ਇਹਨਾਂ ਨੇ ਲਾਟਰੀ ਸਿਸਟਮ ਕਰ ਦਿੱਤਾ ਫਿਕਸ ਕਰਨ ਲਈ। ਤੁਹਾਡੀ ਕੀ ਅਪਰੋਚ ਆ ਉਹਦੇ ਜੀ? ਦੋਨੇ ਸਰਕਾਰਾਂ ਦੀ ਅਪਰੋਚ ਗਲਤ ਰਹੀ ਆ ਤੇ ਜਿਹੜਾ ਨਤੀਜਾ ਸਾਡੇ ਸਾਹਮਣੇ ਆ, ਕੰਮ ਨਹੀਂ ਹੋਇਆ ਤੇ ਜਾਂ ਤਾਂ ਲਿਬਰਲ ਸਰਕਾਰ ਜਾਂ ਕੰਸਰਵੇਟਿਵ ਸਰਕਾਰ ਦੋਨੇ ਨੇ ਇਹਦਾ ਹੱਲ ਨਹੀਂ ਕੱਢਿਆ। ਤੇ ਹੋਣਾ ਕੀ ਚਾਹੀਦਾ ਕਿ ਲਾਟਰੀ ਸਿਸਟਮ ਵੀ ਬੇਇਨਸਾਫ ਹੈ ਕਿਉਂਕਿ ਸਿਰਫ ਕੁਝ ਹਜ਼ਾਰ ਬੰਦੇ ਅਪਲਾਈ ਕਰ ਸਕਦੇ ਨੇ, ਬਾਕੀ ਬੰਦੇ ਨੂੰ ਕੋਈ ਕੁਝ ਨਹੀਂ ਹੁੰਦਾ, ਕੁਝ ਨਹੀਂ ਮਿਲਦਾ। ਸੋ ਮੈਂ ਕੀ ਚਾਹੁੰਦਾ ਕਿ ਆਪਾਂ ਇਸ ਨੂੰ ਜੇ ਆਪਾਂ ਸਦੇ ਲਈ ਇਹਨੂੰ ਠੀਕ ਕਰਨਾ, ਇੱਕ ਤਾਂ ਜਿਹੜੀ ਹੁਣ ਪ੍ਰਾਇੋਰਟੀ ਇੱਕ ਦੇਣੀ ਚਾਹੀਦੀ ਆ ਕਿ ਇਨਫ ਬੰਦੇ ਹੋਣ, ਸਟਾਫਿੰਗ ਲੈਵਲ ਇਹੋ ਜਿਹਾ ਹੋਵੇ ਕਿ ਇੰਨੀ ਜ਼ਿਆਦਾ ਵੇਟ ਨਾ ਹੋਵੇ। ਹੁਣ ਇਹ ਕੰਮ ਲੱਗੂਗਾ, ਇਹ ਕੋਈ ਸੌਖਾ ਨਹੀਂ ਹੈਗਾ ਪਰ ਇਹ ਹੋ ਸਕਦਾ ਜੇ ਆਪਾਂ ਉਨੇ ਜਿਹੜੀ ਸਟਾਫਿੰਗ ਰੱਖੀਏ, ਜਿੰਨੀ ਜਿਹੜੀ ਮੰਗ ਹੈ, ਜਿਹੜੀ ਡਿਮਾਂਡ ਹੈ ਉਹਦੇ ਹਿਸਾਬ ਨਾਲ ਉਹਦੀ ਬਰਾਬਰ, ਤਾਂ ਫਿਰ ਆਪਾਂ ਸਾਰੇ ਕੇਸਿਸ ਨਾਲ ਦੇ ਨਾਲ ਜੋ ਕੋਈ ਅਪਲਾਈ ਕਰਦਾ ਨਾਲ ਦੇ ਨਾਲ ਉਹ ਪ੍ਰੋਸੈਸ ਹੋਣਾ ਚਾਹੀਦਾ। ਏਦਾਂ ਹੋਣਾ ਚਾਹੀਦਾ ਅਸਲ 'ਚ। ਇਹ ਲਾਟਰੀ ਸਿਸਟਮ ਵੀ ਅਨਫੇਅਰ ਹੈ। ਨਾਲ ਦੇ ਨਾਲ ਐਪਲੀਕੇਸ਼ਨ ਜਦੋਂ ਹੋਣਗੇ ਨਾਲ ਦੇ ਨਾਲ ਉਹਨੂੰ ਲੈ ਕੇ ਪ੍ਰੋਸੈਸ ਕੀਤਾ ਜਾਣਾ ਚਾਹੀਦਾ। that's the only way। ਉਹ ਅਸਲੀ ਉਹੀ ਤਰੀਕਾ ਹੈਗਾ ਕਿ ਆਪਾਂ ਇੱਕ ਫੇਅਰ ਸਿਸਟਮ ਬਣਾਈਏ। ਅਪਲਾਈ ਕਰੋ, ਨਾਲ ਦੇ ਨਾਲ ਪ੍ਰੋਸੈਸ ਹੋ ਜਾਓ ਤੇ ਨਾਲ ਦੇ ਨਾਲ ਉਹਦੀ ਰਿਜ਼ਲਟ ਹੋਵੇ। ਸੋ ਮੈਂ ਇਹੀ ਚਾਹੁੰਦਾ ਤੇ NDP ਵੱਲੋਂ ਸਾਡੀ ਇਹ ਪਾਲਿਸੀ ਰਹੀ ਹੈ ਕਿ ਬੈਕਲੌਗ ਠੀਕ ਕਰਨ ਵਾਸਤੇ ਸਾਨੂੰ ਹਾਰਡ ਵਰਕ ਕਰਨਾ ਪਊਗਾ, ਪਰ ਹੁਣ ਤੱਕ ਲਿਬਰਲ ਤੇ ਕੰਸਰਵੇਟਿਵ ਸਰਕਾਰਾਂ ਨੇ ਨਹੀਂ ਕੀਤਾ। ਪਰ ਹੋ ਸਕਦਾ ਤੇ ਆਪਾਂ ਇਸ ਗੱਲ ਦੇ ਹੱਕ 'ਚ ਕਿ ਫੇਅਰ ਸਿਸਟਮ ਹੋਵੇ, ਟ੍ਰਾਂਸਪੇਰੈਂਟ ਹੋਵੇ ਤੇ ਜਿਹੜਾ ਬੰਦਾ ਅਪਲਾਈ ਕਰਦਾ ਉਹ ਪ੍ਰੋਸੈਸ ਹੋ ਕੇ ਉਹਦਾ ਫੇਅਰ ਰਿਜ਼ਲਟ ਆਵੇ। ਸਿਚੁਏਸ਼ਨ ਕਦੇ ਵੀ ਅਰਾਈਜ਼ ਹੋ ਸਕਦੀ ਹੈ, ਕਦੇ ਵੀ ਉਸੇ ਸਮੇਂ ਪੈਂਤੜਾ ਲਿਆ ਜਾ ਸਕਦਾ, ਪਰ ਅਪੋਜੀਸ਼ਨ 'ਚ ਬੈਠੇ ਹੋ, ਤੁਹਾਡੀ ਮਦਦ ਦੇ ਨਾਲ ਸਰਕਾਰ ਚੱਲ ਰਹੀ ਹੈ। ਕਿੰਨਾ ਚਿਰ ਸਮਰਥਨ ਦੇਣਾ ਚਾਹੁੰਦੇ ਲਿਬਰਲ? ਇਹ ਰਣਨੀਤੀ ਹੈ। ਸੋ ਆਪਾਂ ਕੋਈ ਟਾਈਮ ਲਿਮਿਟ ਨਹੀਂ ਰੱਖੀ। ਜਦ ਤੱਕ ਆਪਾਂ ਲੋਕਾਂ ਵਾਸਤੇ ਕੁਝ ਕੰਮ ਕਰ ਸਕਦੇ ਹਾਂ ਤੇ ਲੋਕਾਂ ਵਾਸਤੇ ਆਪਾਂ ਕੋਈ ਭਲਾ ਜਾਂ ਲੋਕਾਂ ਦੇ ਹੱਕ 'ਚ ਆਪਾਂ ਕੰਮ ਕਰ ਸਕਦੇ, ਉਦੋਂ ਤੱਕ ਆਪਾਂ ਕਰਦੇ ਰਵਾਂਗੇ। ਜੇ ਇਹੋ ਜਿਹਾ ਸਮਾਂ ਆਉਂਦਾ ਜਿੱਥੇ ਆਪਾਂ ਲੋਕਾਂ ਵਾਸਤੇ ਸਾਨੂੰ ਲੋਕਾਂ ਵਾਸਤੇ ਕੰਮ ਕਰਨਾ ਸਮਾਂ ਇਹੋ ਜਿਹਾ ਹੈ ਕਿ ਆਪਾਂ ਨਹੀਂ ਜਿੱਤ ਸਕਦੇ ਲੋਕਾਂ ਵਾਸਤੇ, ਜਾਂ ਆਪਾਂ ਕੁਝ ਲੈ ਕੇ ਨਹੀਂ ਆ ਸਕਦੇ ਲੋਕਾਂ ਵਾਸਤੇ ਜਿਹੜਾ ਉਹਨਾਂ ਨੂੰ ਫਾਇਦਾ ਹੋਵੇ,
ਤਾਂ ਫਿਰ ਆਪਾਂ ਇਲੈਕਸ਼ਨ ਲੜਨ ਨੂੰ ਵੀ ਤਿਆਰ ਹਾਂ। ਸੋ ਕਦੇ ਵੀ ਹੋ ਸਕਦਾ, ਪਰ ਸਾਡਾ ਮਕਸਦ ਇਹ ਨਹੀਂ ਹੈ ਕਿ ਮੈਂ ਲੱਭਾਂ ਇਲੈਕਸ਼ਨ ਕਦੋਂ ਜਾਵਾਂ। ਮੈਂ ਇਹ ਲੱਭ ਰਿਹਾ ਕਿ ਮੈਂ ਲੋਕਾਂ ਵਾਸਤੇ ਉਹਨਾਂ ਦੀ ਫਾਇਦਾ ਵਾਸਤੇ ਕਦੋਂ ਤੱਕ ਕੰਮ ਕਰ ਸਕਦਾ, ਤੇ ਜਿੱਥੇ ਸਾਨੂੰ ਰੁਕਾਵਟ ਮਿਲੂਗੀ ਕਿ ਲੋਕਾਂ ਵਾਸਤੇ ਆਪਾਂ ਕੰਮ ਨਹੀਂ ਕਰ ਸਕਦੇ, ਫਿਰ ਉਦੋਂ ਆਪਾਂ ਇਲੈਕਸ਼ਨ ਲੜਨ ਨੂੰ ਤਿਆਰ ਹੋਵਾਂਗੇ। ਇੰਡੀਜਨਸ ਲੋਕਾਂ ਲਈ ਬਹੁਤ ਕੰਮ ਕਰ ਰਹੇ ਹੋ ਤੁਸੀਂ, ਉਹਨਾਂ ਦਾ ਦੇਸ਼ ਹੈ। ਅਸੀਂ ਸਾਰੇ ਆਏ, ਸਾਰਿਆਂ ਨੂੰ ਅਪਰਚੁਨਿਟੀ ਮਿਲੀ, ਕਿਸੇ ਨੂੰ 2 ਸਦੀਆਂ ਪਹਿਲਾਂ ਮਿਲ ਗਈ, ਸਾਡਿਆਂ ਨੂੰ 100 ਸਾਲ ਪਹਿਲਾਂ 1897 ਚ ਆ ਗਏ। ਪਰ 1897 ਤੋਂ ਲੈ ਕੇ ਕੈਨੇਡੀਅਨ ਕਾਮਨਵੈਲਥ ਫੈਡਰੇਸ਼ਨ ਤੋਂ NDP ਦਾ ਜਿਹੜਾ ਸਫ਼ਰ ਹੈ, ਆਮ ਲੋਕਾਂ ਲਈ ਜ਼ਿਆਦਾ ਖੜੀ ਆ ਪਾਰਟੀ, ਉਹਦਾ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ। ਬੀਇੰਗ ਏ ਲੀਡਰ ਕੁਝ ਕਰਨਾ ਚਾਹੋਗੇ ਜਿਹੜਾ ਲੋਕਾਂ ਨੂੰ ਪਤਾ ਲੱਗੇ ਵੀ ਇਹ ਮਾਈਨੋਰਿਟੀਜ਼ ਲਈ, ਖਾਸ ਤੌਰ ਤੇ ਸਾਊਥ ਏਸ਼ੀਅਨ ਲਈ, ਚਾਈਨੀਜ਼ ਹੈਡ ਟੈਕਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੂੰ ਫਿਲਥੀ ਕਿਹਾ ਗਿਆ ਇਸੇ ਵਿਕਟੋਰੀਆ ਦੀ ਪਾਰਲੀਮੈਂਟ ਦੇ ਵਿੱਚ, ਕੋਈ ਹੰਡੂਰਸ ਭੇਜਣ ਨੂੰ, ਕੋਈ ਕਿਤੇ। ਪਰ NDP ਨੇ ਜਾਂ CCF ਨੇ ਕੀ ਮਾਈਨੋਰਿਟੀਜ਼ ਲਈ ਕੀਤਾ, ਇਹ 90% ਆਪਣੇ ਲੋਕਾਂ ਨੂੰ ਪਤਾ ਨਹੀਂ। ਉਹ ਲੋਕਾਂ ਦੀ ਪ੍ਰੋਬਲਮ ਨਹੀਂ ਹੈ, ਉਹ ਪਾਰਟੀ ਦੀ ਪ੍ਰੋਬਲਮ ਹੈ। ਬੀਇੰਗ ਏ ਲੀਡਰ ਕੀ ਕਰੋਗੇ? ਜੀ ਇਹ ਲੋਕਾਂ ਨੂੰ ਜਾਣਕਾਰੀ ਮਿਲਣੀ ਚਾਹੀਦੀ ਹੈ ਜ਼ਰੂਰ, ਤੇ ਇਹ ਸਾਡੀ ਜ਼ਿੰਮੇਵਾਰੀ ਹੈ, ਮੇਰੀ ਜ਼ਿੰਮੇਵਾਰੀ ਹੈ ਲੋਕਾਂ ਨੂੰ ਪਤਾ ਲੱਗੇ ਕਿ ਇਤਿਹਾਸਿਕ ਤੌਰ ਤੇ ਕੀ ਹੋਇਆ। CCF ਜਿਹੜੀ ਪਹਿਲੀ ਪਾਰਟੀ NDP ਦੀ ਸੀ ਤੇ ਫਿਰ NDP, ਦੋਨੇ ਪਾਰਟੀਆਂ ਨੇ ਬੜੇ ਪਹਿਲਾਂ ਚਿਰ ਤੋਂ ਆਮ ਲੋਕਾਂ, ਘੱਟ ਗਿਣਤੀ ਲੋਕਾਂ ਦੇ ਹੱਕ 'ਚ ਕੰਮ ਕੀਤਾ, ਤੇ ਉਹ ਜ਼ਰੂਰੀ ਹੈ ਇਤਿਹਾਸ ਲੋਕਾਂ ਨੂੰ ਪਤਾ ਲੱਗੇ। ਪਰ ਅਗਲੀ ਕਦਮ ਮੈਂ ਇਹ ਵੀ ਲੋਕਾਂ ਤੱਕ ਪਹੁੰਚਾਉਣਾ ਆ ਕਿ ਭਵਿੱਖ ਵਾਸਤੇ ਕਿ ਆਪਾਂ ਕੀ ਕਰਾਂਗੇ। ਕਿ ਹੁਣ ਪੈਂਡੈਮਿਕ ਦੇ ਵਿੱਚ ਜੇ ਆਪਾਂ ਦੇਖੀਏ ਕਿ ਇੱਕ ਜਿਹੜੀ ਲੋਕਾਂ ਦੀ ਲੋੜ ਸੀ, ਆਪਾਂ ਲੋਕਾਂ ਵਾਸਤੇ ਨੁਮਾਇੰਦਗੀ ਕਰਕੇ ਲੋਕਾਂ ਵਾਸਤੇ ਆਪਾਂ ਸਹੂਲਤਾਂ ਦਵਾਈਆਂ, ਤੇ ਐਸੇ ਤਰੀਕੇ ਨਾਲ ਭਵਿੱਖ ਵਾਸਤੇ ਵੀ ਤੁਸੀਂ ਸਾਡੇ 'ਚ ਪੂਰੀ ਉਮੀਦ ਰੱਖ ਸਕਦੇ ਹੋ ਕਿ ਜੇ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਕਿ ਤੁਸੀਂ NDP 'ਚ ਵਿਸ਼ਵਾਸ ਰੱਖ ਸਕਦੇ ਹੋ ਕਿ ਆਪਾਂ ਤੁਹਾਡੇ ਲਈ ਲੜਾਂਗੇ, ਆਪਾਂ ਤੁਹਾਡੇ ਹੱਕਾਂ ਲਈ ਲੜਾਂਗੇ। ਤੇ ਇੱਕ ਲੀਡਰ ਤੌਰ ਤੇ ਮੈਂ ਕਦੇ ਕਿਸੇ ਲੜਾਈ ਤੋਂ ਪਿੱਛੇ ਨਹੀਂ ਹਟਿਆ। ਜਿੱਥੇ ਵੀ ਲੋਕਾਂ ਨੂੰ ਮਦਦ ਦੀ ਲੋੜ ਹੈ ਉੱਥੇ ਮੈਂ ਖੜਾ ਰਿਹਾ, ਤੇ ਐਸੇ ਤਰੀਕਾ ਨਾਲ ਮੈਂ ਤੁਹਾਡੀ ਆਮ ਲੋਕਾਂ ਦੀ ਨੁਮਾਇੰਦਗੀ ਕਰਦਾ ਰਹੂੰਗਾ। ਧੰਨਵਾਦ ਜੀ ਤੁਹਾਡੇ ਸਮੇਂ ਲਈ। ਮੇਰੇ ਕੋਲ ਵੀ ਇੰਨਾ ਹੀ ਸਮਾਂ, ਪਰ ਕਿਸੇ ਦਿਨ ਮੈਂ ਚਾਹੁੰਦਾ ਹੈ, ਤੁਸੀਂ ਬਹੁਤ ਸਵਾਲ ਨੇ, ਸਾਰੀਆਂ ਲਾਈਨਾਂ ਮੇਰੀਆਂ ਜੈਮ ਨੇ, ਤੁਹਾਨੂੰ ਲੋਕ ਸਵਾਲ ਪੁੱਛਣੇ ਚਾਹੁੰਦੇ ਨੇ, ਪਲੀਜ਼ ਇੱਕ ਦਿਨ ਮੇਰੇ ਲਈ 1 ਘੰਟਾ ਕੱਢਿਓ ਤੇ ਲੋਕ ਤੁਹਾਡੇ ਸਾਹਮਣੇ ਹੋ ਸਕਣ। ਜ਼ਰੂਰ ਜੀ, ਜ਼ਰੂਰ ਜੀ। ਮੈਂ ਵੀ ਮਾਫੀ ਮੰਗਦਾ, ਹੁਣ ਮੇਰੀ ਅਗਲੀ ਇਵੈਂਟ ਹੈ, ਉੱਥੇ ਜਾਣਾ ਪਊਗਾ, ਪਰ ਜ਼ਰੂਰ ਆਪਾਂ ਖੁੱਲਾ ਸਮਾਂ ਇੱਕ ਵਾਰੀ ਲੈ ਕੇ ਲੋਕਾਂ ਦੀ ਵੀ, ਮੈਨੂੰ ਵੀ ਬਹੁਤ ਆਸ ਹੈ ਕਿ ਉਹਨਾਂ ਦੀ ਸਵਾਲ ਸੁਣ ਕੇ ਮੈਂ ਜਵਾਬ ਦੇਵਾਂ। ਬਹੁਤ ਮਿਹਰਬਾਨੀ ਜੀ। ਧੰਨਵਾਦ, ਧੰਨਵਾਦ। ਸ਼ੁਭ ਸ਼ਾਮ। ਧੰਨਵਾਦ।